ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਮੁੜ ਤੋਂ ਸਵਾਗਤ ਹੈ ਸਿਫਰਨਾਮਾ ਲੜੀ ਦੇ ਵਿੱਚ। ਸਿਫਰਨਾਮਾ ਲੜੀਵਾਰ ਵਿਚਾਰ ਪ੍ਰਵਾਹ, ਜਿਸ ਦਾ ਸਿਰਲੇਖ ਗੁਲਾਬੀ ਤਾਰੇ। ਗੁਲਾਬੀ ਤਾਰੇ ਨਾਵਲ 12ਵਾਂ ਐਪੀਸੋਡ ਅਤੇ ਮੈਂ ਤੁਹਾਡੇ ਨਾਲ ਸਿਫਰ ਨਵੀਸ। बारह एपीसोड लंघ चुके ने, 11 लंघ चुके ने, 12वां है। तो बीते कई एपीसोडों ਵਿੱਚ ਕੁਝ ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਸੰਬੰਧ ਵਰਤਮਾਨ ਦੇ ਕਈ ਅਣਛੋਹੇ ਤੇ ਕੂਹਣੀ ਮੋੜ ਦੇ ਨੁਕਤਿਆਂ ਨਾਲ ਹੈ। ਕੁਝ ਸਾਡੇ ਕਮਜ਼ੋਰੀਆਂ ਦੇ ਸੰਗ੍ਰਹਿ ਨੇ ਤੇ ਕੁਝ ਸਾਡੀ ਵਿਚਾਰਾਂ ਦੇ ਖੜੋਤ ਦੇ ਬੰਨ, ਜਿਨ੍ਹਾਂ ਨੂੰ ਤੋੜਨਾ ਲਾਜ਼ਮੀ ਵੀ ਹੈ ਅਤੇ ਸਮੇਂ ਦੀ ਮੁੱਖ ਮੰਗ ਵੀ। ਉਹਦੇ ਵੱਲ ਵਧਣ ਤੋਂ ਪਹਿਲਾਂ ਸਾਡਾ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਉਹਨਾਂ ਖੜੋਤ ਭਰੇ ਵਿਸ਼ਿਆਂ ਨੂੰ ਛੇੜਨ ਵਾਲੇ, ਭਾਵੇਂ ਕਾਲਪਨਿਕ ਕਹਾਣੀ ਰੂਪ ਵਿੱਚ ਜਾਂ ਬਿਰਤਾਂਤ ਵਿੱਚ ਹੀ ਸਹੀ, ਉਹਨਾਂ ਨਾਲ ਅੱਗੇ ਵਾਪਰਦਾ ਕੀ ਹੈ। ਆਨੰਦਪੁਰ ਦੀ ਰੈਲੀ ਜਿੱਤੀ ਤਾਂ ਗਈ ਹੈ, ਵਿਰੋਧੀਆਂ ਨੂੰ ਵਾਪਸ ਪਰਤਣ ਨੂੰ ਮਜਬੂਰ ਕੀਤਾ ਲਾਜਵਾਬ ਕਰਕੇ, ਪਰ ਲਾਜਵਾਬ ਵਿਅਕਤੀ ਕਦੀ ਲਾਜਵਾਬ ਹੁੰਦਾ ਨਹੀਂ ਹੈ। ਉਹ ਆਪਣੀ ਈਰਖਾ, ਆਪਣੇ ਹੰਕਾਰ ਦੇ ਦੰਭ ਨੂੰ ਪਲੋਸਦਾ ਹੋਇਆ ਕਿਸੇ ਨਵੇਂ ਹੰਕਾਰ ਦੀ ਉਚਾਈ ਨੂੰ ਛੂਹਣ ਦੇ ਲਈ ਕੋਈ ਥਾਂ ਲੱਭਣ ਜਾਂਦਾ ਹੈ। ਸਾਨੂੰ ਸਮਝਣਾ ਪਏਗਾ ਕਿ ਉਹ ਥਾਂ ਕਿਹੜੀ ਹੈ, ਸਾਨੂੰ ਉਹਦਾ ਪਿੱਛਾ ਕਰਨਾ ਪਏਗਾ। ਅੱਗੇ ਮੈਂ ਜੋ ਸੁਣਾਉਣ ਜਾ ਰਿਹਾ ਹਾਂ, ਇਹ ਬਿਰਤਾਂਤ ਜਿਹੜਾ ਅੱਗੇ ਰੁੱਖ ਫੜਨ ਜਾ ਰਿਹਾ ਹੈ, ਇਹ ਵੀ ਕੁਛ ਇੱਦਾਂ ਹੀ ਹੈ। ਅਗਲਾ ਦ੍ਰਿਸ਼ ਅੰਮ੍ਰਿਤਸਰ ਦਾ ਹੈ, ਜਿੱਥੇ ਬੀਬਾ ਗੁਲਨਾਜ਼ ਕੌਰ ਜੀ ਕੁਛ ਨਹੀਂ ਵੈਸੇ, ਪਰ ਕੁਛ ਕਹਾਂਗੇ। ਕੁਛ ਤਲਖ ਨੇ, ਤਲਖ ਦੀ ਇੰਤਹਾ ਵੱਧ ਹੈ, ਪਰ ਅਸੀਂ ਕੁਛ ਮੰਨ ਕੇ ਚੱਲਣਾ ਹੈ ਕਿਉਂਕਿ ਅੱਗੇ ਬਹੁਤ ਕੁਝ ਬਾਕੀ ਹੈ। ਸਰਦਾਰ ਕੇਹਰ ਸਿੰਘ ਜੀ, ਮੈਨੂੰ ਕੱਲ੍ਹ ਸ਼ਾਮ ਨੂੰ ਖਡੂਰ ਵਿੱਚ ਲੋਕਾਂ ਦਾ ਇਕੱਠ ਹੋਇਆ ਦਿਸਣਾ ਚਾਹੀਦਾ। ਕੋਈ ਬਹਾਨਾ ਨਹੀਂ ਸੁਣਨਾ ਮੈਂ ਹੁਣ। ਐਨੀ ਮਾੜੀ ਕਿਸੇ ਨਹੀਂ ਕੀਤੀ ਸਾਡੇ ਨਾਲ। ਜੇ ਚੌਧਰੀ ਸਾਹਿਬ ਜਿਉਂਦੇ ਹੁੰਦੇ ਤਾਂ ਮੇਰਾ ਪੁੱਤ ਉੱਥੇ ਇਕੱਲਾ ਨਾ ਘਿਰਿਆ ਹੁੰਦਾ। ਵੱਡੇ ਪ੍ਰੋਫੈਸਰ ਦੀ ਗਹਿਰੀ ਅੱਖ ਮੇਰੇ ਮੁੰਡੇ ਉੱਤੇ ਹੀ ਰਹੀ, ਬੋਲਿਆ ਨਹੀਂ ਗਿਆ ਉਹਦੇ ਤੋਂ। ਨਲਾਇਕਾਂ ਦਾ ਲਾਣਾ ਮੈਨੂੰ ਅੱਖਾਂ ਦਿਖਾਉਣ ਲੱਗਿਆ। ਮੈਨੂੰ ਕੱਲ੍ਹ ਦੀ ਕੱਲ੍ਹ ਨਤੀਜੇ ਚਾਹੀਦੇ ਨੇ, ਲੱਗੀ ਸਮਝ। ਗੁਲਨਾਜ਼ ਕੌਰ ਆਪਣੇ ਵਕੀਲ ਨੂੰ ਫੋਨ ਕਰਕੇ ਬਿਲਕੁਲ ਸਾਹੋਸਾਈ ਹੋਈ ਪਈ ਸੀ। ਗੁੱਸੇ 'ਚ ਭਰੀ ਪੀਤੀ, ਕੁਝ ਨਾ ਸੁੱਝਿਆ। ਰਾਤ ਦੇ 9 ਵਜੇ ਸੀ। ਫਿਰੋਜ਼ਪੁਰ ਜੇਲ੍ਹ 'ਚ ਪ੍ਰਾਈਵੇਟ ਨੰਬਰ ਤੋਂ ਫੋਨ ਜਾਂਦਾ ਹੈ। ਨਵਦੀਪ ਸਿੰਘ ਕੈਦੀ ਨੂੰ ਸੱਦਾ ਆਉਂਦਾ ਕਿ ਉਹਨੂੰ ਕਿਸੇ ਬੀਬਾ ਜੀ ਦਾ ਫੋਨ ਆਇਆ। ਉਹ ਹੈਰਾਨੀ ਅਤੇ ਕਾਹਲ ਵਿੱਚ ਜਾਂਦਾ ਹੈ। ਰਣਜੀਤ ਹੌਲਦਾਰ ਨੂੰ ਪੁੱਛਦਾ ਹੈ ਕਿ ਕਿਹੜੇ ਸ਼ਰੀਕ ਨੇ ਨਵਦੀਪ ਨੂੰ ਯਾਦ ਕਰ ਲਿਆ। ਹੌਲਦਾਰ ਨੇ ਦੱਸਿਆ, ਪ੍ਰਾਈਵੇਟ ਨੰਬਰ ਵਾਲੀ ਮਾਈ ਆਈ ਹੈ ਬਾਬੇ, ਹੁਣ ਲਾ ਰਿਹਾ ਹਿਸਾਬ। ਰਣਜੀਤ ਤਾਂ ਸਮਝ ਗਿਆ ਮਾਜਰਾ। ਇਕੱਠ ਹੋਣਾ ਸੀ ਅਨੰਦਪੁਰ ਵੱਲੇ। ਸੁੱਖ ਸਾਂਦ ਸੀ ਸਭ। ਹੌਲਦਾਰ ਦੱਸਣ ਲੱਗਾ ਤਾਂ ਨਵਦੀਪ ਦੀ ਆਵਾਜ਼ ਆਈ, ਸਭ ਸੁੱਖ ਸਾਂਦ ਹੈ ਬਾਈ, ਸਭ ਸੁੱਖ ਸਾਂਦ ਰਹੇਗੀ ਬਸ। ਰਾਤ ਠੰਡੀ ਸੀ। ਆਮ ਤੌਰ 'ਤੇ ਅੱਧੀ ਰਾਤ ਤੱਕ ਬੇੜੀਆਂ ਘੜੀਸਣ ਦੀ ਆਵਾਜ਼ ਆਉਂਦੀ ਰਹਿੰਦੀ ਸੀ। ਪਰ ਅੱਜ ਬੈਰਕ ਵਿੱਚ ਸ਼ਾਂਤੀ ਸੀ। ਜਦੋਂ ਸਾਰੇ ਕੈਦੀ ਘੂਕ ਨੀਂਦ ਸੌਂ ਚੁੱਕੇ ਤਾਂ ਨਵਦੀਪ ਜਾਗਦਾ ਹੈ। ਰਣਜੀਤ ਪਹਿਲਾਂ ਹੀ ਉਡੀਕ ਰਿਹਾ ਸੀ ਉਹਨੂੰ ਉੱਠਿਆ ਵੇਖ ਕੇ ਬੈਰਕ 'ਚੋਂ ਬਾਹਰ ਨਿਕਲਦਾ ਹੈ। ਬਾਗ ਦੇ ਵਿੱਚ ਮੋਤੀਏ ਦੀ ਵੇਲਾਂ ਕੋਲ ਫੇਰ ਗੰਭੀਰ ਧੁਨ ਗੁਣਗੁਣਾਈ ਜਾ ਰਹੀ ਸੀ। ਰਾਜੇ ਰਾਣੀ ਮਰ ਚੱਲੇ ਖੇਡ ਖੇਡਦੇ ਮੱਲਾ, ਤੇਰੇ ਵਿਹੜੇ ਲੱਗਦਾ ਭੁਚਾਲ ਆ ਗਿਆ। ਸਖਤ ਹਦਾਇਤਾਂ ਨੇ ਦੁਖੀ ਕਰ ਦਿੱਤਾ ਉਹਨੂੰ, ਤੋੜ ਭੰਨ ਸਾਰੇ ਸੁਰਤਾਲ ਗਾ ਗਿਆ।
ਚੰਨ ਨੂੰ ਚਕੋਰੀਆਂ ਨੇ ਦੁਖੀ ਕਰ ਦਿੱਤਾ। ਐਵੇਂ ਕਿਹੜੀਆਂ ਗੱਲਾਂ ਤੁਸੀਂ ਉਡੀਕਦੇ। ਸਿਫਰ ਨਵੀਸ ਪਹਿਲੋਂ ਦੁਖੀ ਕਰ ਸਕੇ ਨਾ, ਤੇ ਖੁਸ਼ੀਆਂ ਨੂੰ ਰੱਤੜਾ ਜੰਗਾਲ ਖਾ ਗਿਆ। ਤੇ ਅੱਗੇ ਹੋਇਆ ਕੀ? ਭੰਨੀ ਜਾਣ ਵਿਹੜੇ ਵਿੱਚ ਚੰਨ ਮਹਿਰਮਾ, ਲੋਕੀ ਪਰਛਾਵੇਂ ਸੱਚੇ ਮਨ ਬੈਠੇ ਮਨ ਮਹਿਰਮਾ। ਔਕੜਾਂ ਦੇ ਦੀਵੇ ਲਾਟਾਂ ਕੰਬਦੀਆਂ ਵੇਖ ਲੈ, ਤਿੱਖੀ ਤਪਦੀਆਂ ਲੋਆਂ ਉੱਤੇ ਮਾਣ ਟੁੱਟਣੇ। ਕੰਡਿਆਂ ਦੀ ਰਾਹਾਂ ਉੱਤੇ ਲਹੂ ਸਿੰਮੇ ਵੇਖੀ, ਤੈਨੂੰ ਮਹਿਕਾਂ ਖੁਸ਼ਬੂਆਂ ਉੱਤੇ ਮਾਣ ਟੁੱਟਣੇ। ਸੇਕ ਸਿਵਿਆਂ ਦੀ ਅੱਗ ਦੇ ਨਾ ਛੇਤੀ ਠਰਦੇ, ਜਿੱਤਾਂ ਦੀਆਂ ਕਨਸੂਆਂ ਉੱਤੇ ਮਾਣ ਟੁੱਟਣੇ। ਕੰਡਿਆਂ ਦੀ ਰਾਹਾਂ ਉੱਤੇ ਲਹੂ ਸਿੰਮੇ ਵੇਖੀ, ਤੈਨੂੰ ਮਹਿਕਾਂ ਖੁਸ਼ਬੂਆਂ ਉੱਤੇ ਮਾਣ ਟੁੱਟਣੇ। ਪੋਹ ਦੀਆਂ ਰਾਤਾਂ ਉੱਤੇ ਤਪਦੇ ਸਿਆਲ ਵੀ, ਚਾਨਣੀ ਦੀ ਹੋਂਦ ਵਿੱਚ ਖੁਦਾ ਸੀ ਦਿਆਲ ਵੀ। ਜੀ ਗਮਾਂ ਨੂੰ ਹਨੇਰਿਆਂ ਦਾ ਝੋਰਾ ਖਾ ਗਿਆ, ਪੋਹ ਫੁੱਟਦੀ ਚ ਸਖੋਆਂ ਉੱਤੇ ਮਾਣ ਟੁੱਟਣੇ। ਖੱਬਲਾਂ ਤੇ ਮੋਤੀਆਂ ਜਿਹੀ ਵਰਗੀ ਤਰੇਲ ਸੀ, ਸਾਨੂੰ ਜਾਪੇ ਲੁੱਟਰਾਂ ਨੇ ਲੁੱਟ ਲਿਆ ਖੇਲ ਸੀ। ਹੜ੍ਹ ਆਇਆ ਅੱਸੂ ਦੇ ਮਹੀਨੇ ਜਿਹਾ ਭੈੜਾ, ਪਈ ਔੜ ਨੂੰ ਵੀ ਚੋਆਂ ਉੱਤੇ ਮਾਣ ਟੁੱਟਣੇ। ਤੂੰ ਗੋਹਲਾਂ ਨੂੰ ਅੰਬਾਕੜੀਆਂ ਨਾਲ ਵੇਚਿਆ, ਰੱਬਾ ਬੰਦਿਆਂ ਨੂੰ ਇੱਜੜਾਂ ਦੇ ਨਾਲ ਮੇਚਿਆ। ਸੀ ਜੰਗਨਾਮਾ ਸਿਫਰ ਦੇ ਨਾਮ ਲੱਗੇ ਆਵੇ, ਤੇਰੀ ਤੇਗ ਤੇ ਸੰਜੋਆਂ ਉੱਤੇ ਮਾਣ ਟੁੱਟਣੇ। ਸੇਕ ਸਿਵਿਆਂ ਦੀ ਅੱਗ ਦੇ ਨਾ ਛੇਤੀ ਠਰਦੇ, ਜਿੱਤਾਂ ਦੀਆਂ ਕਨਸੂਆਂ ਉੱਤੇ ਮਾਣ ਟੁੱਟਣੇ। ਕਾਫਲੇ ਸੀ ਆਏ ਬਾਬਾ ਤਿੰਨ ਰੰਗ ਦੇ, ਪਹਿਲਾ ਫੁੱਲ ਦੂਜਾ ਰੱਬ ਤੀਜਾ ਖਾਰ ਹੋ ਗਿਆ। ਫੁੱਲ ਦੀ ਮਿਆਦ ਹੁੰਦੀ ਰੱਬ ਵਰਗੀ, ਮਰੀ ਲੋਥ ਜਿਹਾ ਖਾਰ ਕਿਉਂ ਬਿਮਾਰ ਹੋ ਗਿਆ। ਚੁੱਭਦੇ ਸੀ ਰੁੱਖ ਸੱਤ ਰੰਗ ਦੇ, ਚੁੱਭਦੇ ਰਹੇ ਸੀ ਰੁੱਖ ਸੱਤ ਰੰਗ ਦੇ, ਵੇ ਤੇਰੇ ਆਲਣੇ 'ਚ ਡਿੱਗੇ ਤੋਤੇ ਮੋਰ ਹੋ ਗਏ। ਤਾਰਿਆਂ ਦੀ ਭੀੜ ਵਿੱਚ ਚੰਨ ਉੱਗਿਆ, ਵੇ ਭੈੜੇ ਸੂਰਜਾਂ ਦੇ ਬੂਹੇ ਐਵੇਂ ਠੋਰ ਹੋ ਗਏ। ਵਾਹ ਨੀ ਸਰਕਾਰੇ ਤੇਰੇ ਅੰਬਰਾਂ ਦੇ ਵਿੱਚ, ਟਿੱਲੇ ਰੇਤ ਦੇ ਬਣਾ ਕੇ ਐਵੇਂ ਖੋਰ ਹੋ ਗਏ। ਰਾਤ ਰਾਣੀ ਦੇਂਦੀ ਸੀ ਉਲਾਂਭਾ ਪਹਿਲਾਂ ਤੋਂ, ਸ਼ੇਰਾ ਨੀਂਦ ਦਾ ਸ਼ੈਤਾਨ ਕਿੱਥੇ ਮਾਰ ਘੱਤਿਆ। ਰਾਤ ਰਾਣੀ ਦੇਂਦੀ ਸੀ ਉਲਾਂਭਾ ਪਹਿਲਾਂ ਤੋਂ, ਸ਼ੇਰਾ ਨੀਂਦ ਦਾ ਸ਼ੈਤਾਨ ਕਿੱਥੇ ਮਾਰ ਘੱਤਿਆ। ਹਾੜਾ ਬੇਗੁਨਾਹੇ ਮਿਲਣ ਸਜ਼ਾਵਾਂ ਕਾਸ ਤੋਂ, ਵੇ ਦੱਸ ਹੁੰਦੀ ਤੇਰੀ ਕਿਵੇਂ ਵਾਰ-ਵਾਰ ਹੱਤਿਆ। ਮਿੱਠੀ ਮਿੱਠੀ ਲੋਰੀਆਂ ਦੇ ਬੁੱਲੇ ਚੰਦਰੇ, ਮਿੱਠੀ ਮਿੱਠੀ ਲੋਰੀਆਂ ਦੇ ਬੁੱਲੇ ਚੰਦਰੇ, ਐਵੇਂ ਠੰਡੇ ਠੰਡੇ ਹੌਕਿਆਂ 'ਚ ਤੋਰ ਹੋ ਗਏ। ਤਾਰਿਆਂ ਦੀ ਭੀੜ ਵਿੱਚ ਚੰਨ ਉੱਗਿਆ, ਵੇ ਭੈੜੇ ਸੂਰਜਾਂ ਦੇ ਬੂਹੇ ਐਵੇਂ ਠੋਰ ਹੋ ਗਏ। ਵੇ ਟੁੱਟਦੇ ਹਜ਼ਾਰਾਂ ਤਾਰੇ ਅੰਬਰਾਂ ਦੇ ਵਿੱਚ, ਪਰ ਲੱਭਣਾ ਨਹੀਂ ਮੁੱਲ ਪ੍ਰਭਾਤੀ ਵਰਗਾ। ਨਾਗਣ ਨੇ ਛੱਡੇ ਸੱਪ ਡੰਗਣ ਲਈ, ਵੇ ਸਾਨੂੰ ਜ਼ਹਿਰ ਮਿੱਠਾ ਲੱਗਦਾ ਹਯਾਤੀ ਵਰਗਾ। ਹੌਸਲਾ ਵੀ ਦੇਵੀਂ ਕਿਤੇ ਡੱਸਣ ਦੇ ਲਈ, ਫੇਰ ਪਿੱਟਣਾ ਕਿਉਂ ਰਾਣੀਏ ਜੇ ਢੋਰ ਹੋ ਗਏ। ਤਾਰਿਆਂ ਦੀ ਭੀੜ ਵਿੱਚ ਚੰਨ ਉੱਗਿਆ, ਤੇ ਭੈੜੇ ਸੂਰਜਾਂ ਦੇ ਬੂਹੇ ਐਵੇਂ ਠੋਰ ਹੋ ਗਏ। ਹਾਲੇ ਗੂੰਜਦੇ ਪਹਾੜੇ ਤੇਰੇ ਅੱਖਰਾਂ ਦੇ ਵਿੱਚ, ਬਾਬਾ ਵੇਖ ਡੋਲਦੀ ਜ਼ਮੀਨ ਅੱਥਰੀ। ਹਾਲੇ ਸੁਣ ਸੁਣ ਤਾਰਿਆਂ ਨੂੰ ਬੱਦਲਾਂ ਨੇ ਡੱਕਿਆ, ਤਾਂ ਵੀ ਝੂਠ ਬੋਲਦੀ ਜ਼ਮੀਨ ਅੱਥਰੀ। ਵੇਖ ਲੈ ਗੁਲਾਬੀ ਤਾਰਾ ਨਹੀਂਓ ਲੁਕਣਾ, ਵੇਖ ਲੈ ਗੁਲਾਬੀ ਤਾਰਾ ਨਹੀਂਓ ਲੁਕਣਾ, ਭਾਵੇਂ ਮੱਸਿਆ ਨੂੰ ਲੈ ਕੇ ਮੱਸਿਆ ਨੂੰ ਲੋਕ ਭੈੜੇ ਚੋਰ ਹੋ ਗਏ। ਤਾਰਿਆਂ ਦੀ ਭੀੜ ਵਿੱਚ ਚੰਨ ਉੱਗਿਆ, ਐਵੇਂ ਸੂਰਜਾਂ ਦੇ ਬੂਹੇ ਸਾਥੋਂ ਠੋਰ ਹੋ ਗਏ। ਬੇੜੀਆਂ ਤੇ ਕੈਦ ਇੱਕੋ ਲੀਕ ਵਿੱਚ ਟੁੱਟਣੇ, ਪਰ ਮੇਰਿਆਂ ਹੱਥਾਂ ਦੀ ਖੇਡ ਹੱਥ ਆਈ ਨਾ। ਰੂੜੀਆਂ 'ਚ ਲੁਕਦੀ ਸੀ ਮੂੜਿਆਂ ਦੀ ਮੱਤ ਵੇ, ਦੇਖੀ ਕਿਤੇ ਪਾਥੀਆਂ ਹੀ ਪੱਥ ਆਈ ਨਾ। ਚੰਗਾ ਸੀ ਇਸ਼ਾਰਾ ਵੇ ਸਿਫਰ ਮੇਚ ਦਾ, ਹੁਣ ਉੱਡਦੇ ਇਸ਼ਾਰੇ ਮੂੰਹ ਜ਼ੋਰ ਹੋ ਗਏ। ਤਾਰਿਆਂ ਦੀ ਭੀੜ ਵਿੱਚ ਚੰਨ ਉੱਗਿਆ, ਭੈੜੇ ਸੂਰਜਾਂ ਦੇ ਬੂਹੇ ਐਵੇਂ ਠੋਰ ਹੋ ਗਏ। ਬੂਹੇ ਠੋਰ ਕੇ ਹੋਇਆ ਕੀ? ਵੇ ਸੂਰਜਾਂ ਦੀ ਅੱਗ ਨੂੰ ਤਰਸ ਤੇ ਸ਼ਰਮ ਨਾ, ਬਾਬਾ ਤੇਰੇ ਸ਼ਹਿਰ ਵਿੱਚ ਦੀਨ ਤੇ ਧਰਮ ਨਾ। ਹਾਲੇ ਗੁੱਬ ਤੇ ਗੁਬਾਰ ਸੀਨੇ ਤਪਦੇ ਬਥੇਰੇ ਵੇ, ਲੋਕੀ ਤੇਰੇ ਮੇਰੇ ਕਿੱਸਿਆਂ ਨੂੰ ਜਪਦੇ ਸਵੇਰੇ ਵੇ।
ਆਦਮ ਮੱਚਦਾ ਫਿਰਦਾ ਬਾਬਾ ਵਾਂਗ ਸ਼ੈਤਾਨਾ ਵਿਲਕੇ ਵੇ। ਦੀਨ ਮੁਕੰਮਲ ਖਿੰਡਣ ਲੱਗੇ ਬੰਦਾ ਪਲ ਪਲ ਤਿਲਕੇ ਵੇ। ਖਿਲਰੇ ਹੋਏ ਪੱਤ ਸ਼ਰੀਂ ਦੇ ਮਲਿਆਂ ਨੂੰ ਕਿੰਜ ਢੱਕਣਗੇ। ਹਾਲ ਬੁਰੇ ਹੁਣ ਮੁਰਦਿਆਂ ਦੇ ਫੁੱਲ ਗੈਰ ਆਣ ਕੇ ਚੱਕਣਗੇ। ਆਪਣਿਆਂ ਵਾਲੀ ਤੰਦ ਰੁੜਨੀ ਬਿਆਸ 'ਚ ਮੂਲ ਤੇ ਵਿਆਜੀ ਕੰਧ ਖੁਰਨੀ ਹੈ ਰਾਸ 'ਚ। ਖੁੰਬਾਂ ਦੇ ਉੱਗਣ ਦੇ ਲਈ ਪਾਣੀ ਦੀ ਵਹਿੰਦੀ ਧਾਰਾ ਹੌਲੇ ਅਹਿਸਾਸਾਂ ਦਾ ਮੁੱਲ ਹੋ ਜਾਂਦਾ ਭਾਰਾ ਭਾਰਾ। ਖੁੱਲੀ ਏ ਫਿਜ਼ਾ ਇਸ਼ਕ ਦੀ ਲਿਸ਼ਕੇਗੀ ਕਿਣਕਾ ਕਿਣਕਾ। ਆਲਣੇ ਦੇ ਵਿੱਚ ਮੌਤਾਂ ਜੋੜੋ ਕਿਉਂ ਤਿਣਕਾ ਤਿਣਕਾ। ਤਿਣਕੇ ਨੂੰ ਡੱਕਾ ਕਹਿ ਲਓ ਕੱਚੇ ਨੂੰ ਪੱਕਾ ਕਹਿ ਲਓ। ਮੇਰਾ ਐਲਾਨ ਸਿਫਰ ਹੈ ਮੰਨ ਲਓ ਜਾਂ ਧੱਕਾ ਸਹਿ ਲਓ। ਮੇਰਾ ਐਲਾਨ ਸਿਫਰ ਹੈ ਮੰਨ ਲਓ ਜਾਂ ਧੱਕਾ ਸਹਿ ਲਓ। ਕਾਫਰਾਂ ਦੇ ਟੋਲੇ ਨੂੰ ਕਿਉਂ ਦੁੱਖ ਲੱਗਿਆ ਇੱਕ ਮੋਮਿਨ ਕੁਰਾਨ ਦੀ ਹਦੀਸ ਵੇਚਦਾ। ਇਲਮਾਂ ਦੀ ਗੱਲ 'ਚ ਗੁਨਾਹ ਹੋਏ ਭਾਰੇ ਕਿਹੜੀ ਗੱਲ ਫਿਰ ਸਿਫਰ ਨਵੀਸ ਮੇਚਦਾ। ਤੁਰਦੇ ਸੀ ਮਿਸ਼ਰੀ ਦੀ ਡਲੀਆਂ ਦੇ ਹਾਣੀ ਵਾਂਗ ਕੱਚੇ ਗੁੜ ਉਹੀ ਸਾਥੋਂ ਭੋਰ ਹੋ ਗਏ। ਤਾਰਿਆਂ ਦੀ ਭੀੜ ਵਿੱਚ ਚੰਨ ਉੱਗਿਆ ਭੈੜੇ ਸੂਰਜਾਂ ਦੇ ਬੂਹੇ ਐਵੇਂ ਠੋਰ ਹੋ ਗਏ। ਵਾਹ ਨੀ ਸਰਕਾਰੇ ਤੇਰੇ ਅੰਬਰਾਂ ਦੇ ਵਿੱਚ ਟਿੱਲੇ ਰੇਤ ਦੇ ਬਣਾਏ ਐਵੇਂ ਖੋਰ ਹੋ ਗਏ। ਪਾਲੀ ਕੀ ਗੱਲ ਤੇਰੀ ਰਾਤ ਹਜੇ ਵੀ ਨਹੀਂ ਸੌਂਦੀ। ਜੇਲਰ ਕੁਲਵੀਰ ਸਿੰਘ ਤੇ ਹੌਲਦਾਰ ਨੇ ਅਛੋਪਲੇ ਜਿਹੇ ਸੱਦ ਲਿਆ ਸੀ। ਪਾਲੀ ਨੂੰ ਅਕਸਰ ਉਹ ਖੁਦ ਹੀ ਧਿਆਨ ਦਿੰਦਾ ਸੀ। ਭਾਵੇਂ ਇਸ ਗੱਲ ਦੀ ਸ਼ਿਕਾਇਤ ਕੈਦੀਆਂ ਨੇ ਕੀਤੀ ਸੀ ਕਿ ਜੇਲ੍ਹ ਮਹਿਕਮੇ ਨੂੰ ਇਸ ਦਾ ਖਿਆਲ ਵੱਧ ਹੁੰਦਾ ਹੈ, ਪਰ ਮਾਮਲਾ ਸੰਜੀਦਗੀ ਨਾਲ ਨਹੀਂ ਲਿਆ ਗਿਆ। ਪਾਲੀ ਉਹਦੇ ਵੱਲ ਵੇਖਦਾ ਹੋਇਆ ਉੱਠ ਪਿਆ। ਆ ਵੀ ਜੇਲਰਾ ਅੱਜ ਨਾਲ ਆਪਣੇ ਆਹ ਦੋ ਕੈਦੀ ਕਾਹਤੋਂ ਖਿਲਾਰੇ ਨੇ। ਇੱਕ ਤੀਰ ਨਾਲ ਦੂਰੇ ਨਿਸ਼ਾਨੇ ਖੇਡਦਾ ਵੇਖ ਨਵਦੀਪ ਸਿੰਘ ਹੈਰਤ ਵਿੱਚ ਆ ਗਿਆ। ਕੁਲਵੀਰ ਉਹਨਾਂ ਨੂੰ ਕਾਰਨ ਪੁੱਛਦਾ ਹੈ ਤਾਂ ਉਹ ਪਾਲੀ ਦੇ ਬਾਗ ਵਿੱਚ ਬੈਠੇ ਹੋਣ ਨੂੰ ਉੱਥੇ ਆਉਣ ਦਾ ਬਹਾਨਾ ਬਣਾਉਂਦੇ ਨੇ। ਕੁਲਵੀਰ ਉਹਨਾਂ ਨੂੰ ਵਾਪਸ ਭੇਜ ਦਿੰਦਾ ਹੈ ਤੇ ਮੁੜ ਪਾਲੀ ਵੱਲ ਆਉਂਦਾ ਹੈ। ਤੂੰ ਦੱਸ ਸਿਫਰ ਸ਼ਾਹ ਕੀ ਖਬਰ ਹੈ ਤੇਰੀ ਹੁਣ। ਜੇਲਰਾ ਤੂੰ ਆਪਣੀ ਖੁਆਇਸ਼ ਦੱਸ। ਆਪਣਾ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਬੇੜੀਆਂ ਹਜੇ ਮੇਰੇ ਪੈਰਾਂ ਦੇ ਲਈ ਭਾਰ ਨਹੀਂ ਬਣੀਆਂ। ਆਹੋ ਪਤਾ ਵਾ ਮੈਨੂੰ ਤੇਰਾ। ਮੈਂ ਤਾਂ ਤੈਨੂੰ ਦੱਸਣਾ ਸੀ ਕਿ ਸਵੇਰੇ ਤੇਰੀ ਰਿਹਾਈ ਦੇ ਹੁਕਮ ਨੇ ਤਿਆਰ ਹੋ ਜਾਈਂ। ਕੁਲਵੀਰ ਸਿੰਘ ਨੂੰ ਪਤਾ ਸੀ ਉਹਨੇ ਕੋਈ ਗੱਲ ਦੱਸਣੀ ਹੈ, ਇਸ ਲਈ ਖੜਾ ਰਿਹਾ। ਪਰ ਪਾਲੀ ਕਹਿਣ ਲੱਗਾ ਜੇਲਰ ਸਾਹਿਬ ਕੁਝ ਗੱਲਾਂ ਦੀ ਸ਼ਿਕਾਇਤ ਚੰਗੀ ਨਹੀਂ ਹੁੰਦੀ। ਕੱਲ੍ਹ ਨੂੰ ਮੇਰੇ ਜਾਣ ਮਗਰੋਂ ਕੁਝ ਪਤਾ ਲੱਗੇ ਤਾਂ ਕਾਰਵਾਈ ਆਪ ਨਾ ਕਰੀ। ਕਿਸੇ ਹੋਰ ਜੇਲ੍ਹ 'ਚ ਬਦਲੀ ਕਰਵਾ ਲੈ ਹੁਣ, ਨਹੀਂ ਤਾਂ ਇਨਸਾਫ ਫਿਰ ਧਿਰਾਂ 'ਚ ਵੱਜ ਜਾਣਾ ਜਿਹੜਾ ਕਿਸੇ ਵੀ ਅਰਥ ਨਹੀਂ। ਨਾਲੇ ਤੈਨੂੰ ਨਿਰੰਜਨ ਨਹੀਂ ਬਣਨ ਦੇਣਾ ਮੈਂ। ਉਹੀ ਮੇਰੇ ਆਖੇ ਤੋਂ ਬਾਹਰਾ ਹੋ ਕੇ ਦੁਨੀਆ ਛੱਡ ਗਿਆ। ਕੁਲਵੀਰ ਪਰਤ ਕੇ ਵੇਖਦਾ ਹੈ। ਖਬਰੇ ਕੀ ਸੋਚ ਕੇ ਤੁਰਦਾ ਗਿਆ। ਬੋਲਣਾਪੁਰ ਵਿੱਚ ਤੜਕੇ ਤੜਕੇ ਗੱਡੀ ਤਿਆਰ ਖੜੀ ਸੀ। ਗੁਰਚਰਨ ਸਿੰਘ ਆਪਣੇ ਪਿੰਡ ਜਾਣ ਨੂੰ ਤਿਆਰ ਸੀ। ਗੁਰਮੀਤ ਕੌਰ ਖੁਦ ਨਾਲ ਜਾਣ ਨੂੰ ਤਿਆਰ ਸੀ ਤੇ ਸੁਰਜੀਤ ਸਿੰਘ ਹਰਚਰਨ ਨੂੰ ਡਾਕਟਰ ਅਨਮੋਲਕ ਸਿੰਘ ਨੇ ਅੰਮ੍ਰਿਤਸਰ ਆਉਣ ਦਾ ਸੱਦਾ ਦੇ ਦਿੱਤਾ। ਹੁਣ ਸਭ ਅਣਕਿਆਸੇ ਭਵਿੱਖ ਨੂੰ ਵੇਖਣ ਜਿਵੇਂ ਅੱਗੇ ਵਧ ਰਹੇ ਸੀ। ਸਰਬਜੀਤ ਕੌਰ ਨੂੰ ਪ੍ਰਦੀਪ ਦਾ ਫੋਨ ਆਇਆ, ਜਿਸ ਮਗਰੋਂ ਉਹਨੇ ਤਰਨਜੀਤ ਨੂੰ ਪੁੱਛਿਆ ਮਨਿੰਦਰ ਨੂੰ ਦਿੱਲੀ ਕੋਰਟ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਨੇ ਤਲਬ ਕੀਤਾ ਹੈ। ਪਰਮਜੀਤ ਕੌਰ ਨੂੰ ਪਰੇਸ਼ਾਨ ਕਰਨ ਦੀ ਦੰਡਾਵਲੀ ਲਗਾ ਕੇ ਕਮਾਲ ਦੀ ਗੱਲ ਨਹੀਂ। ਸਾਰਿਆਂ ਨੂੰ ਅਚੰਭਾ ਸੀ ਇਸ ਨਵੀਂ ਖੇਡ ਤੋਂ। ਹਰਚਰਨ ਸਿੰਘ ਕਹਿਣ ਲੱਗੇ ਸ਼ਮਸ਼ੇਰ ਸਿਉਂ ਨੂੰ ਰੇਸ਼ਮ ਸਿਉਂ ਨੇ ਕਿਹਾ ਹੋਣਾ ਇਉਂ ਕਰਨ ਨੂੰ। ਆਦਤ ਤੋਂ ਮਜਬੂਰ ਹੈ ਵਿਚਾਰਾ। ਮੁੱਢ ਕਦੀਮ ਤੋਂ ਹਰਾਮੀ ਪੁਣਾ ਕਰਨੋਂ ਹਟਿਆ ਨਹੀਂ। ਇਨਸਾਫ ਇਹਨਾਂ ਲੋਕਾਂ ਦਾ ਦੁਸ਼ਮਣੀ ਤੋਂ ਸ਼ੁਰੂ ਹੁੰਦਾ ਹੈ ਤੇ ਦੁਸ਼ਮਣੀ ਉੱਤੇ ਹੀ ਖਤਮ। ਗੁਰਚਰਨ ਸਿੰਘ ਗੌਰ ਨਾਲ ਵੇਖਦਾ ਰਿਹਾ। ਫਿਰ ਸਵਾਲ ਕੀਤਾ ਰੇਸ਼ਮ ਸਿੰਘ ਕਿਹੜਾ? ਪਾਲੀ ਦਾ ਸਕੂਲ ਮਾਸਟਰ? ਉਹਨੂੰ ਕਾਹਦੀ ਦੁਸ਼ਮਣੀ ਰਹਿ ਗਈ? ਆਪਣੇ ਹੀ ਚੰਨ ਚਿਰਾਗ ਜਦੋਂ ਗਲਤਫਹਿਮੀ ਵਿੱਚ ਫਸ ਜਾਣ ਉਦੋਂ ਆਹੀ ਕੁਝ ਹੁੰਦਾ ਹੈ। ਫਿਲਹਾਲ ਪਾਲੀ ਨੂੰ ਬਾਹਰ ਆਉਣ ਦਿਓ, ਸਭ ਠੀਕ ਹੋਊ। ਮੇਰੇ ਤਾਰੇ ਨੂੰ ਗਰਦ 'ਚ ਨਿਕਲਣ ਉੱਤੇ ਹਾਲੇ ਮਹਿਲਾਂ ਵਾਲਿਆਂ ਦੇ ਜੇਲ੍ਹ ਜਾਣ ਦੇ ਵੇਲੇ ਆਏ ਹੋਏ ਨੇ, ਆਨੰਦ ਮਾਣੋ। ਸੁਰਜੀਤ ਸਿੰਘ ਮੁੜ ਪਰੇਸ਼ਾਨ ਜਿਹਾ ਹੋ ਗਿਆ। ਕਹਿਣ ਲੱਗਾ ਪ੍ਰੋਫੈਸਰ ਹਰਚਰਨ ਸਿੰਘ ਸਾਹਿਬ ਜੀ, ਕਿਰਪਾ ਕਰਕੇ ਤਰਸ ਦੀ ਦਾਤ ਬਖਸ਼ਿਆ ਕਰੋ। ਆਖਰ ਕਿਹਨੂੰ ਕਿਹੜੇ ਧੋਖਿਆਂ 'ਚ ਰੱਖ ਕੇ ਜਿਉਣਾ ਤੁਸੀਂ। ਮੈਂ ਤੁਹਾਡੇ ਅਹਿਸਾਨਾਂ ਦਾ ਮਾਰਿਆ ਹਾਂ। ਮੇਰੀ ਔਕਾਤ ਨਹੀਂ ਤੁਹਾਨੂੰ ਸਵਾਲ ਕਰ ਸਕਾਂ, ਪਰ ਤਰਸ ਕਰੋ, ਕੁਝ ਸਿੱਧਾ ਵੀ ਦੱਸੋ।
ਹਰਚਰਨ ਸੁਰਜੀਤ ਵੱਲ ਵੇਖ ਵੇਖ ਉੱਚੀ ਉੱਚੀ ਹੱਸਣ ਲੱਗਾ। ਸਾਰਾ ਪਰਿਵਾਰ ਵੇਖ ਰਿਹਾ ਸੀ ਇਹ ਅਜੀਬ ਜਿਹੀ ਕਸ਼ਮਕਸ਼। ਗੁਰਚਰਨ ਠਰੰਮੇ ਨਾਲ ਕਹਿਣ ਲੱਗਾ, ਧਰਮਿਆ ਮਜ਼ਾਕ ਨਾ ਕਰ, ਗੱਲ ਦੱਸ ਇਹ ਕੀ ਹੈ ਹੁਣ, ਤੇ ਆਖਰ ਕਰਨਾ ਕੀ ਹੈ। ਧਰਮਾ ਹੁਣ ਸ਼ਾਂਤ ਚਿੱਤ ਹੋਇਆ ਸਾਹਮਣੇ ਪਿਆ ਪਾਣੀ ਦਾ ਗਲਾਸ ਚੁੱਕਦਾ ਹੈ, ਪੀ ਕੇ ਸਾਰਿਆਂ ਨੂੰ ਵੇਖਦਾ ਹੈ। ਕਮਲਜੀਤ ਸੁਰਜੀਤ ਕੋਲ ਖੜੀ ਸੀ, ਉਹਨੂੰ ਸੰਬੋਧਿਤ ਕਰਦਾ ਹੋਇਆ ਸਾਰਿਆਂ ਨਾਲ ਗੱਲ ਸ਼ੁਰੂ ਕਰਦਾ ਹੈ। ਬੈਠੋ ਆਰਾਮ ਨਾਲ ਭਾਬੀ ਜੀ। ਮੁੱਦਾ ਅਜੀਬ ਹੈ, ਦਿਲ ਤੇ ਪੱਥਰ ਰੱਖਣੇ ਵੀ ਬੰਦ ਕਰ ਚੁੱਕਾ ਮੈਂ। ਜਿਹੜਾ ਲੂਣ ਹਰਾਮੀ ਸਰੂਪ ਸਿੰਘ ਕੱਲ੍ਹ ਬਿਨਾਂ ਬੋਲਿਆਂ ਉੱਠ ਕੇ ਗਿਆ ਸੀ ਨਾ, ਉਹ ਕੋਈ ਸ਼ਾਂਤੀ ਨਾਲ ਨਹੀਂ ਗਿਆ। ਜ਼ਹਿਰੀ ਸੱਪ ਆਪਣੇ ਹੀ ਬੱਚਿਆਂ ਨੂੰ ਪਹਿਲਾਂ ਕਸੂਰਵਾਰ ਮੰਨਦਾ। ਇਹ ਪਹਿਲਾ ਕਦਮ ਵੇਖ ਲੈ। ਸਾਰਾ ਕੁਝ ਪਰਮਜੀਤ ਨੂੰ ਘੇਰਨ ਵਾਸਤੇ ਹੈ, ਨਾ ਕਿ ਮਨਿੰਦਰ ਲਈ। ਮਨਿੰਦਰ ਨੂੰ ਅਮਨਪ੍ਰੀਤ ਤੋਂ ਦੂਰ ਕਰਨ ਦੇ ਲਈ ਪਿਛਲੇ ਹਫ਼ਤੇ ਹਾਈ ਕੋਰਟ ਵਿੱਚ ਗੋਲੀ ਚੱਲੀ ਸੀ, ਪਰ ਜਗਦੇਵ ਨੂੰ ਜ਼ਮਾਨਤ ਮਿਲ ਗਈ ਹੋਈ ਹੈ। ਹੁਣ ਉਹਨੂੰ ਜ਼ਮਾਨਤ ਵੀ ਚਰਨਜੀਤ ਸਿੰਘ ਨੇ ਕਰਵਾਈ ਸੀ। ਦੁਪਾਸੜ ਖੇਲ ਖੇਲਣ ਸਮੇਂ ਧੀ ਰਾਣੀ ਗੁਰਮੀਤ ਨੂੰ ਚਰਨਜੀਤ ਰੜਕਦਾ ਰਿਹਾ, ਪਰ ਪਰਮਜੀਤ ਉਹਦੀ ਹਰ ਗੱਲ 'ਤੇ ਭਰੋਸਾ ਕਰਦੀ ਰਹੀ ਹੈ। ਹੁਣ ਵੀ ਉਹਦੇ ਕਹੇ ਉੱਤੇ ਹੀ ਇੱਧਰ ਉੱਧਰ ਹੋਣੀ ਹੈ, ਜਿਸ ਦਾ ਉਹ ਫਾਇਦਾ ਰੇਸ਼ਮ ਸਿੰਘ ਲੈ ਰਿਹਾ ਸ਼ਮਸ਼ੇਰ ਸਿੰਘ ਰਾਹੀਂ। ਫਿਕਰ ਨਾ ਕਰੋ, ਸਰੂਪ ਸਿੰਘ ਹੁਣ ਨਹੀਂ ਬਚਦਾ। ਇਹ ਸਾਰੇ ਤਾਣੇ ਬਾਣੇ ਵਿੱਚ ਰੇਸ਼ਮ ਸਿੰਘ ਦੀ ਨੂੰਹ ਕੰਮ ਕਰ ਰਹੀ ਹੈ। ਉਹਨੂੰ ਕੋਈ ਨਹੀਂ ਜਾਣਦਾ ਤੁਹਾਡੇ ਵਿੱਚੋਂ, ਪਹਿਚਾਣਦਾ ਵੀ ਸਿਰਫ ਸੁਰਜੀਤ ਹੈ, ਪਰ ਉਹਦੇ ਅੱਗੇ ਉਹਨੇ ਆਉਣਾ ਨਹੀਂ। ਬਸ ਮੇਰੇ ਨਾਲ ਸਾਹਮਣਾ ਕਰਨ ਨੂੰ ਫਿਰਦੀ ਹੈ। ਪਾਲੀ ਜੇਲ੍ਹ ਤੋਂ ਬਾਹਰ ਜੇ ਆਉਂਦਾ ਤਾਂ। ਚਰਨਜੀਤ ਵੀ ਕੇਸ ਵਿੱਚ ਦਿਲਚਸਪੀ ਇਸੇ ਕਰਕੇ ਲੈ ਰਿਹਾ ਸੀ, ਪਰ ਉਹਦੀ ਵਕਾਲਤ ਕਿਤੇ ਵੀ ਨਹੀਂ ਚੱਲੀ। ਹੁਣ ਨਿਰਾਸ਼ ਹੋਈ ਉਹਦੀ ਵਹੁਟੀ ਆਹੀ ਕੁਝ ਭਾਲੇਗੀ। ਗੁਰਚਰਨ ਕੁਝ ਸਮਝਦਾ ਹੋਇਆ ਪੁੱਛਣ ਲੱਗਾ, ਤੇ ਉਹ ਨੂੰ ਹੈ ਕੌਣ? ਹੁਣ ਜੋ ਮੇਰੇ ਦਿਮਾਗ 'ਚ ਸ਼ੱਕ ਆ ਰਿਹਾ, ਕਿਤੇ ਉਹ ਨਾ ਬੋਲ ਦਵੀਂ ਧਰਮੇ। ਇਹ ਕਹਿੰਦਾ ਹੋਇਆ ਗੁਰਚਰਨ ਅੰਦਰੋਂ ਕੰਬ ਰਿਹਾ ਸੀ, ਪਰ ਧਰਮਾ ਲੰਬਾ ਸਾਹ ਭਰ ਕੇ ਕਹਿਣ ਲੱਗਾ, ਫਿਰ ਸਮਝ ਲੈ ਉਹੀ ਕਹਿਣਾ ਚਾਹ ਰਿਹਾ। ਬਾਕੀਆਂ ਨੂੰ ਸ਼ਾਇਦ ਉਮੀਦ ਵੀ ਨਾ ਹੋਵੇ, ਉਹ ਨਿੰਮੀ ਹੈ। ਸੁਰਜੀਤ ਸਿੰਘ ਨਿਰਾਸ਼ਤਾ ਤੋਂ ਗੁੱਸੇ ਵਿੱਚ ਆ ਗਿਆ। ਹੱਦ ਹੁੰਦੀ ਹੈ ਹਰ ਗੱਲ ਦੀ। ਬਾਕੀ ਦੁਨੀਆ ਘੱਟ ਦੁਸ਼ਮਣ ਸੀ ਜਿਹੜੇ ਆਪਣੇ ਖੂਨ ਨੂੰ ਵੀ ਆਹ ਸਭ ਕਰਨ ਦੀ ਲੋੜ ਪੈ ਗਈ। ਇਹ ਸਭ ਹੋਇਆ ਕਿਉਂ ਤੇ ਕਿਵੇਂ? ਅਸਲ 'ਚ ਸੁਰਜੀਤ ਸਿਆਂ ਉਹਦੇ ਵਾਸਤੇ ਉਹਦੀ ਮਾਂ ਦੀ ਜ਼ਿੱਦ ਅਹਿਮ ਬਣ ਚੁੱਕੀ ਸੀ। ਉੱਧਰਲੇ ਪੰਜਾਬੀਆਂ ਦਾ ਇੱਕ ਸੁਭਾਅ ਹੈ, ਉਹ ਤੁਹਾਨੂੰ ਸੁਣਨਾ ਚਾਹੁੰਦੇ ਨੇ ਹਮੇਸ਼ਾ। ਉਹਨਾਂ ਨੇ ਬਿਲਕੁਲ ਵੀ ਇਹ ਨਹੀਂ ਮੰਨਿਆ ਕਿ ਹਰਸ਼ਰਨ ਕੀ ਹੈ, ਕੌਣ ਹੈ, ਨਿੰਮੀ ਸਤਿੰਦਰ ਕੀ ਨੇ। ਇੱਥੋਂ ਤੱਕ ਕਿ ਮੈਨੂੰ 2 ਵਰ੍ਹੇ ਕਿਵੇਂ ਕੱਟਣ ਦਿੱਤੇ, ਉਹ ਵੀ ਉੱਥੋਂ ਦੇ ਕਾਲਜਾਂ ਇੰਸਟੀਚਿਊਸ਼ਨਾਂ ਵਿੱਚ ਲੰਮੀਆਂ ਵਿਚਾਰਾਂ ਕਰ ਕਰਕੇ। ਨਿੰਮੀ ਨੂੰ ਵਹਿਮ ਪਿਆ ਕਿ ਇੱਥੇ ਉਹਦੇ ਨਾਲ ਕੋਈ ਵਿਤਕਰਾ ਹੁੰਦਾ ਹੈ, ਜਦ ਕਿ ਉਹ ਬਿਲਕੁਲ ਵੀ ਸਮਝਣ ਨੂੰ ਤਿਆਰ ਨਹੀਂ ਕਿ ਜਿਹੜੇ ਲੋਕ ਇੰਨਾ ਸਭ ਕੁਝ ਕਰਦੇ ਆਏ ਨੇ, ਉਹਨਾਂ ਨੂੰ ਤੇਰੀ ਇਕੱਲੀ ਦੇ ਵਜੂਦ ਨਾਲ ਕਾਹਦਾ ਵੈਰ? ਆਪਣੀ ਮਰਜ਼ੀ ਦੀ ਜ਼ਿੱਦਾਂ ਵਿੱਚ ਸਭ ਤੋਂ ਵੱਡਾ ਵਹਿਮ ਉਹਨੂੰ ਇਹ ਪਿਆ ਕਿ ਉਹਨੇ ਜੋ ਕੁਝ ਕੀਤਾ ਤੇ ਉਹ ਜੋ ਕਰ ਰਹੀ, ਉਹ ਸਭ ਉਸਦੀ ਮਰਜ਼ੀ ਨਾਲ ਹੋ ਰਿਹਾ, ਜਦਕਿ ਅਜਿਹਾ ਕੁਝ ਵੀ ਨਹੀਂ। ਇਹ ਭਰਮ ਪਾਲੀ ਨੇ ਇੱਕ ਖੱਤ ਭੇਜ ਕੇ ਦੱਸ ਦਿੱਤਾ ਸੀ, ਪਰ ਅਫਸੋਸ ਕਿ ਨਿਰੰਜਨ ਦੇ ਨਾ ਹੋਣ ਦੀ ਸੂਰਤ ਵਿੱਚ ਅੱਗੇ ਵਕਤ ਫੇਰ ਦੁਖਦਾਈ ਹੀ ਰਹਿਣਾ। ਸਰਬਜੀਤ ਕੌਰ ਵਿੱਚੋਂ ਬੋਲੀ, ਮਤਲਬ ਖਤਰੇ ਟਲਣ ਵਾਸਤੇ ਹੋਰ ਬਹੁਤ ਕੁਝ ਕਰਨਾ ਪਏਗਾ। ਨਹੀਂ, ਕੁਝ ਵੀ ਕਰਨ ਦੀ ਲੋੜ ਨਹੀਂ। ਕੁਝ ਕਰਨ ਦਾ ਵਹਿਮ ਨਿੰਮੀ ਵਿੱਚ ਹੀ ਬਥੇਰਾ ਹੈ, ਜਿਹੜੀ ਸੋਚਦੀ ਪਈ ਕਿ ਅਸੀਂ ਸਾਰੇ ਉਹਦੀ ਮਿਹਰਬਾਨੀ ਨਾਲ ਇੱਥੇ ਤੱਕ ਪਹੁੰਚੇ ਹਾਂ। ਉਹਨੇ ਹੀ ਜੱਜ ਖਰੀਦੇ, ਜਦਕਿ ਉਹਨੂੰ ਇੰਨੀ ਗੱਲ ਦਾ ਅਹਿਸਾਸ ਨਹੀਂ ਕਿ ਜਿਹੜਾ ਚਰਨਜੀਤ ਸੁਰਜੀਤ ਤੇ ਗੁਰਚਰਨ ਨੂੰ ਜੇਲ੍ਹੋਂ ਬਾਹਰ ਲੈ ਆਇਆ, ਉਹ ਪਾਲੀ ਨੂੰ ਪੈਰੋਲ ਲਈ ਕਿਉਂ ਨਾ ਮਨਾ ਸਕਿਆ। ਖੈਰ, ਜੇਕਰ ਤੁਹਾਨੂੰ ਪਾਲੀ ਮਿਲੇ ਤਾਂ ਕਹਿ ਦੇਣਾ ਕਿ ਬੋਲਾਂਪੁਰ ਵਿੱਚ ਉਹਦਾ ਤਾਇਆ ਦਾਨੇ ਮਿਲਖੇ ਬੰਬੀ ਉੱਤੇ ਉਹਦਾ ਬਾਪੂ ਉਡੀਕ ਰਹੇ ਨੇ, ਦੋਵਾਂ ਨੂੰ ਮਿਲ ਕੇ ਜ਼ਰੂਰ ਜਾਏ। ਮਨਜਿੰਦਰ ਨੇ ਸਵਾਲ ਕੀਤਾ, ਬਾਬੇ ਉਹ ਗੱਡੀ ਅੱਜ ਅੰਮ੍ਰਿਤਸਰ ਜਾਣ ਦੀ ਬਜਾਏ ਫਿਰੋਜ਼ਪੁਰ ਤੋਰ ਲੈਂਦੇ ਹਾਂ, ਹੁਕਮ ਕਰੋ। ਪਰ ਗੁਰਚਰਨ ਕਹਿਣ ਲੱਗਾ, ਪੁੱਤਰ ਕੁਝ ਗੱਲਾਂ ਦੇ ਵਕਤ ਗੁਜ਼ਰ ਜਾਂਦੇ ਨੇ, ਸਾਡੇ ਵਾਸਤੇ ਸਿਰਫ ਨਤੀਜਿਆਂ ਦੀ ਖਬਰ ਸੁਣਨਾ ਹੀ ਬਚਦੀ ਹੈ। ਜੇਲ੍ਹ ਵਿੱਚ ਮਿਲਣ ਤੋਂ ਇਨਕਾਰ ਪਾਲੀ ਨੇ ਕੀਤਾ ਹੋਇਆ, ਤੇ ਬਾਹਰ ਆਉਣ ਮਗਰੋਂ ਰਾਣੀ ਗੁਰਨਾਜ਼ ਕੌਰ ਬਖਸ਼ੇਗੀ, ਕੌਣ ਜਾਣੇ। ਪਰਿਵਾਰ ਵਿੱਚ ਪਹਿਲੀ ਦਫਾ ਨਿਰਾਸ਼ਤਾ ਦਾ ਮਾਹੌਲ ਵੇਖ ਕੇ ਡਾਕਟਰ ਅਨਮੋਲਕ ਸਿੰਘ ਵੀ ਭਾਵੁਕ ਹੋ ਗਏ, ਪਰ ਅਚਾਨਕ ਗੁਰਚਰਨ ਸਿੰਘ ਥੋੜ੍ਹਾ ਸੁਚੇਤ ਹੁੰਦੇ ਹੋਏ ਕਹਿਣ ਲੱਗੇ, ਧਰਮਿਆ
इस खार खादे आड़तीए नूं समझा के आपदा सियासी दिमाग हुण खूह खाते सुੱਟ दे। लोकां नूं भी जी लैण दे, इत्थे कोई किसे दा मिੱਤ है नहीं। ਰਹਿੰਦੀ ਖੁੰਦੀ ਕਸਰ ਲੋਕਾਂ ਨੇ ਆਪ ਵੀ ਕੱਢੀ ਪਈ। ਹਜੇ ਵੀ ਅਗਵਾਈ ਭਾਲਦੇ, ਕੁਝ ਮੁਹਿੰਮ ਲੋਚਦੇ। ਇਹਨਾਂ ਲੋਕਾਂ ਨੇ ਕਦੋਂ ਕੁਝ ਕਰਨ ਦੇਣਾ ਸਾਨੂੰ? ਅਗਲੇ ਇਸੇ ਲਈ ਬੇਫਿਕਰ ਹੋ ਕੇ ਨਿਜ਼ਾਮ ਚਲਾਉਂਦੇ ਪਏ ਨੇ। ਅਸੀਂ ਹੁਣ ਚੱਲਦੇ ਹਾਂ ਰਾਣੀ ਗੁਲਨਾਜ਼ ਕੌਰ ਦੇ ਦਰਸ਼ਨ ਦੀਦਾਰੇ ਕਰਨ। ਅੰਮ੍ਰਿਤਸਰ ਨੂੰ ਰਵਾਨਾ ਹੋ ਗਏ। ਦਮਨਜੀਤ ਸਿੰਘ ਪੰਡਾਲ ਵਿੱਚ ਅੱਜ ਘੁੰਮ ਰਿਹਾ ਸੀ। ਨਿਰਮਲਜੀਤ ਸਿੰਘ ਨੂੰ ਕਹਿਣ ਲੱਗਾ ਨਿੰਮੇ ਵੈਦ ਨੂੰ, ਚਾਚਾ ਜੀ ਅੱਜ ਸਾਰਾ ਪੰਡਾਲ ਖਾਲੀ ਕਿਉਂ ਪਿਆ? ਕੁਲਜਿੰਦਰ ਦਾ ਫੋਨ ਲੱਗਿਆ ਭਲਾ? ਨਿਰਮਲਜੀਤ ਸਿੰਘ ਦਾਨੇ ਮਿਲਖੇ ਦਾ ਮੌਜੂਦਾ ਸਰਪੰਚ ਸੀ। ਹੁਣ ਅੱਖਾਂ ਜਿਹੀਆਂ ਸਭ ਦੀਆਂ ਤਰੇੜੀਆਂ ਪਈਆਂ ਸੀ ਜਦੋਂ ਦਾ ਆਨੰਦਪੁਰ ਤੋਂ ਪਰਤੇ ਸਨ। ਹੁਣ ਪ੍ਰਿੰਸੀਪਲ ਅਨਮੋਲਕ ਸਿੰਘ ਦੀ ਵੀ ਖਬਰ ਨਹੀਂ ਲੱਗ ਰਹੀ। ਸਰੂਪ ਸਿੰਘ ਜੀ ਦਿੱਲੀ ਜਾ ਰਹੇ ਸੀ। ਉਹਨਾਂ ਨੇ ਸਿਆਸੀ ਮੀਟਿੰਗ ਵਿੱਚ ਹਿੱਸਾ ਨਾ ਲੈ ਸਕਣ ਦੀ ਮਜਬੂਰੀ ਪ੍ਰਗਟਾਈ, ਜਿੱਤੋਂ ਵਾਰ-ਵਾਰ ਬੁਖਲਾਹਟ ਗੁਲਨਾਜ਼ ਕੌਰ ਨੂੰ ਬਿਮਾਰ ਕਰਦੀ ਪਈ ਸੀ। ਦੁਪਹਿਰ ਵੇਲੇ ਜਦੋਂ ਰਾਣੀ ਗੁਲਨਾਜ਼ ਕੌਰ ਖਡੂਰ ਸਾਹਿਬ ਵਿੱਚ ਸਭਾ ਵਿੱਚ ਪਹੁੰਚੀ, ਉੱਥੇ ਮਹਿਜ਼ 80 ਤੋਂ 100 ਕੁ ਬੰਦਿਆਂ ਦਾ ਇਕੱਠ ਵੇਖ ਕੇ ਖੱਪ ਗਈ। ਨਿੰਮਿਆ, ਆ ਸਾਰਾ ਕੀ ਤਮਾਸ਼ਾ ਚੱਲਦਾ ਪਿਆ? ਲੋਕ ਕਿੱਧਰ ਨੇ ਅੱਜ? ਬੱਬੂ, ਕੁਲਜਿੰਦਰ ਕਿੱਥੇ ਹੈ? ਪ੍ਰਿੰਸੀਪਲ ਨੂੰ ਵੀ ਆਪਣੀ ਔਕਾਤ ਭੁੱਲ ਗਈ ਜਾਪਦੀ ਹੈ। ਸਾਰੇ ਰਾਤੋਂ ਰਾਤ ਕਿੱਥੇ ਜਾ ਕੇ ਮਰ ਗਏ ਨੇ, ਕੋਈ ਦੱਸੋ ਵੀ। ਲੋਕ ਨਹੀਂ ਆਏ ਭਾਬੀ ਜੀ। ਨਿਰਮਲਜੀਤ ਸਿੰਘ ਗੱਲ ਮੁਕਾਉਂਦਾ, ਕਮਿਸ਼ਨਰ ਦਾ ਫੋਨ ਆਇਆ ਸੀ ਕਿ ਤੁਹਾਨੂੰ ਮਿਲਣ ਇੱਥੇ ਹੀ ਆਉਣਗੇ, ਇੰਤਜ਼ਾਰ ਕਰੋ। ਨਿੰਮੇ ਦੀ ਇਹ ਗੱਲ ਦਮਨਜੀਤ ਸਿੰਘ ਨੂੰ ਸੂਲ ਵਾਂਗ ਖੁੱਭੀ। ਉਹ ਧੂ ਕੇ ਨਿੰਮੇ ਨੂੰ ਗਲਾਵੇ ਤੋਂ ਫੜਦਾ ਹੈ। ਤੈਨੂੰ ਖਬਰ ਹੈ ਜੋ ਤੂੰ ਕਹਿ ਰਿਹਾ ਚਾਚਾ? ਨਿੰਮਾ ਦ੍ਰਿੜਤਾ ਨਾਲ ਉਹਦਾ ਹੱਥ ਆਪਣੇ ਗਲਾਵੇ ਤੋਂ ਛਡਵਾ ਕੇ ਕੁੜਤਾ ਸੂਤ ਕਰਦਾ ਹੋਇਆ ਕਹਿਣ ਲੱਗਾ, ਮੈਂ ਜੋ ਵੇਖ ਰਿਹਾ ਤੇ ਜੋ ਮੈਂ ਸੁਣ ਰਿਹਾ ਉਹ ਚੰਗੀ ਤਰ੍ਹਾਂ ਜਾਣਦਾ ਪੁੱਤਰ। ਪਰ ਤੇਰੇ ਬੰਦੇ ਅੰਨੇ ਬੋਲੇ ਤੇ ਗੂੰਗੇ ਨਿਕਲੇ। ਤੁਹਾਡੀਆਂ ਮਿੰਨਤਾਂ ਕਰ ਕਰ ਕਿਹਾ ਸੀ ਕਿ ਨਿਰੰਜਨ ਸਿੰਘ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ, ਸੱਪ ਦੀ ਆਖਰੀ ਵੇਲ ਪਾਲੀ ਨੂੰ ਫੇਹ ਦਿਓ, ਪਰ ਤੁਸੀਂ ਨਹੀਂ ਟਲ ਸਕੇ। ਅੱਜ ਸਵੇਰੇ ਪਾਲੀ ਜੇਲ੍ਹ ਵਿੱਚੋਂ ਰਿਹਾ ਹੋ ਗਿਆ, ਉਹ ਵੀ ਸਜ਼ਾ ਪੂਰੀ ਕਰਕੇ, ਤੇ ਤੁਹਾਡੇ ਦੋਵੇਂ ਕੁੱਤੇ ਸਰਕਾਰੀ ਗਵਾਹ ਬਣ ਗਏ। ਤੁਹਾਡੇ ਦੋਵਾਂ ਮਾਂ ਪੁੱਤਰਾਂ ਖਿਲਾਫ ਤੇ ਕਮਿਸ਼ਨਰ ਤੁਹਾਨੂੰ ਹਿਰਾਸਤ ਵਿੱਚ ਲੈਣ ਆਪ ਆਉਂਦਾ ਪਿਆ, ਗੈਰ ਜ਼ਮਾਨਤੀ ਵਾਰੰਟ ਲੈ ਕੇ। ਭੱਜਣ ਦੀ ਕੋਸ਼ਿਸ਼ ਕਰੋਗੇ ਤਾਂ ਧਾਰਾ ਵੱਧ ਜਾਏਗੀ। ਆਈ ਕੁਝ ਸਮਝ? ਨਿੰਮੇ ਦੇ ਕਹੇ ਬੋਲ ਹਜੇ ਕੰਨਾਂ 'ਚੋਂ ਜ਼ਿਹਨ ਤੱਕ ਉਤਰੇ ਵੀ ਨਹੀਂ ਸੀ ਕਿ ਇੰਨੀ ਦੇਰ ਨੂੰ ਸਾਹਮਣੇ ਦੋ ਗੱਡੀਆਂ ਧੂੜਾਂ ਚੀਰਦੀਆਂ ਮੈਦਾਨ ਵਿੱਚ ਉਤਰ ਰਹੀਆਂ ਸਨ। ਸਾਹਮਣੇ ਆ ਕੇ ਰੁਕੀਆਂ। ਵਿੱਚੋਂ ਮਨਜਿੰਦਰ, ਅਨਮੋਲਕ ਸਿੰਘ, ਤਰਨਜੀਤ ਤੇ ਡਾਕਟਰ ਸਰਬਜੀਤ ਕੌਰ ਦੇ ਨਾਲ ਗੁਰਚਰਨ ਸਿੰਘ ਜੀ ਜਦੋਂ ਬਾਹਰ ਨਿਕਲੇ ਤਾਂ ਸਾਰੇ ਲੋਕਾਂ ਦਾ ਧਿਆਨ ਪਿੱਛੇ ਵੱਲ ਨੂੰ ਆ ਜਾਂਦਾ ਹੈ। ਚੌਧਰਾਣੀ ਤੋਂ ਵੱਧ ਰੂਹ ਨਿੰਮੇ ਵੈਦ ਦੀ ਕੰਬਣ ਲੱਗੀ। ਦਿਮਾਗ ਸੁੰਨ ਹੋਇਆ ਪਿਆ ਸੀ ਕਿ ਅੱਗੇ ਹੋਣ ਵਾਲਾ ਕੀ ਹੈ। ਪਿੰਡ ਦੇ ਸਰਪੰਚ ਤੇ ਬਜ਼ੁਰਗ, ਜਿਨ੍ਹਾਂ 'ਚੋਂ ਕਾਫੀ ਗੁਰਚਰਨ ਨੂੰ ਪਹਿਚਾਣ ਗਏ ਸਨ, ਉਹ ਸਾਰੇ ਅੱਗੇ ਆਉਂਦੇ ਨੇ। ਚੌਧਰਾਣੀ ਤੋਂ 2 ਕਦਮ ਪਿੱਛੇ ਖੜੋ ਜਾਂਦੇ ਨੇ। ਗੁਰੂ ਪਿਆਰਿਓ, ਸਾਰੇ ਭੈਣ ਭਰਾ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਉਸ ਦੀ ਫਤਿਹ ਦਾ ਜਵਾਬ ਫਤਿਹ ਨਾਲ ਦਿੰਦੇ ਨੇ, ਪਰ ਚੌਧਰਾਣੀ ਚੁੱਪ ਖੜੀ ਵੇਖਦੀ ਰਹੀ। ਪੰਚ ਰਣਵੀਰ ਸਿੰਘ ਅੱਗੇ ਗੁਰਚਰਨ ਸਿੰਘ ਨੂੰ ਗਲਵੱਕੜੀ ਵਿੱਚ ਲੈਂਦਾ ਹੈ। ਰਾਜ਼ੀ ਹੋ ਸਰਦਾਰ ਸਾਹਿਬ, ਮੁੱਦਤ ਬਾਅਦ ਦੀਦਾਰਾਂ ਨੇ ਰੂਹ ਸ਼ਾਂਤ ਕਰ ਛੱਡੀ ਹੈ। ਇਉਂ ਜਾਪਦਾ ਕਰਤਾਰੇ ਨੂੰ ਮਿਲ ਲਿਆ ਹੋਵੇ। ਬੋਲਦਿਆਂ ਗੱਚ ਭਰ ਆਇਆ ਰਣਵੀਰ ਸਿੰਘ ਦਾ। ਰਣਵੀਰ ਸਿੰਘ ਨੇ ਜੱਫੀ ਹੋਰ ਘੁੱਟ ਲਈ ਤੇ ਭੁੱਬ ਨਿਕਲ ਗਈ। ਸਾਰੇ ਹੌਲੀ ਹੌਲੀ ਅੱਗੇ ਹੋ ਕੇ ਅੱਡੀਆਂ ਚੱਕ ਚੱਕ ਕੇ ਵੇਖਦੇ ਪਏ ਸੀ ਇਸ ਮੰਜ਼ਰ ਨੂੰ। ਇੰਨੇ ਨੂੰ ਅੰਮ੍ਰਿਤਸਰ ਦੇ ਕਮਿਸ਼ਨਰ, SSP ਤੇ ਪੁਲਿਸ ਫੋਰਸ ਦੀਆਂ ਗੱਡੀਆਂ ਸ਼ੂਕਦੀਆਂ ਹੋਈਆਂ ਆਈਆਂ, ਜਿਸ ਵਿੱਚੋਂ ਨਿਕਲੇ ਅਫਸਰਾਂ ਨੂੰ ਵੇਖ ਗਰਮਦਲੀਆਂ ਦੀ ਭੀੜ ਭੜਕ ਪਈ। ਪੰਜਾਬ ਪੁਲਿਸ ਮੁਰਦਾਬਾਦ, ਭਾਰਤ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗਣ ਲੱਗੇ। ਸਾਰਿਆਂ ਪਹਿਲੋਂ ਗੁਲਨਾਜ਼ ਕੌਰ ਤੇ ਦਮਨਜੀਤ ਸਿੰਘ ਨੂੰ ਆਪਣੇ ਘੇਰੇ ਵਿੱਚ ਲਿਆ। ਮਾਹੌਲ ਤਣਾਅਪੂਰਨ ਹੋ ਗਿਆ। ਕਮਿਸ਼ਨਰ ਨੇ ਅਪੀਲ ਕੀਤੀ ਕਿ ਕੋਰਟ ਦੇ ਹੁਕਮਾਂ ਮੁਤਾਬਕ ਸਰਦਾਰ ਇੰਦਰਪਾਲ ਸਿੰਘ ਦੇ ਕਤਲ ਦੀ ਫਿਰੌਤੀ ਦੇਣ ਤੇ ਜੇਲ੍ਹ ਪ੍ਰਸ਼ਾਸਨ ਵਿੱਚ ਸੇਂਧ ਲਗਾਉਣ ਦੇ ਜੁਰਮ ਵਿੱਚ ਮਾਂ ਪੁੱਤਰ ਦੋਹਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਹੋਏ ਨੇ।
ਜੇਕਰ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੋਰਨਾਂ ਆਗੂਆਂ ਨੂੰ ਵੀ ਕੇਸਾਂ ਦਾ ਸਾਹਮਣਾ ਕਰਨਾ ਪਏਗਾ। ਪਰ ਭੀੜ ਨਾ ਮੰਨੀ। ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ। ਜੱਦੋ-ਜਹਿਦ ਕਰਕੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ, ਪਰ ਭੀੜ ਵਿੱਚੋਂ ਕਿਸੇ ਸ਼ਰਾਰਤੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਹਦੇ ਵਿੱਚੋਂ ਇੱਕ ਗੋਲੀ ਸਰਦਾਰ ਗੁਰਚਰਨ ਸਿੰਘ ਜੀ ਦੇ ਮੱਥੇ ਉੱਤੇ ਲੱਗੀ, ਦੂਜੀ ਪੁਲਿਸ ਮੁਲਾਜ਼ਮ ਦੇ। ਭੀੜ ਦੇ ਹਾਹਾਕਾਰ ਵਿੱਚ ਜੈਕਾਰੇ ਗੂੰਜੇ। ਦਮਨਜੀਤ ਸਿੰਘ ਵੀ ਜੋਸ਼ ਨਾਲ ਬੋਲਿਆ, ਸ਼ਾਬਾਸ਼ ਚਾਚਾ, ਚਾੜ ਦਿੱਤਾ ਬਾਬਾ ਸਿਫਰ ਗੱਡੀ ਪਰਲੋਕ ਦੀ। ਕਮਿਸ਼ਨਰ ਨੇ ਹਵਾਈ ਫਾਇਰਿੰਗ ਕਰਕੇ ਭੀੜ ਖੰਡਾਉਣ ਦੇ ਉਪਰਾਲੇ ਸ਼ੁਰੂ ਕੀਤੇ। ਹੈੱਡਕੁਆਰਟਰ ਤੋਂ ਧਾਰਾ 144 ਲਵਾ ਦਿੱਤੀ ਗਈ। ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ। ਭੀੜ ਇਕੱਠੀ ਹੋਣ ਤੋਂ ਮਨਾਹੀ ਹੋ ਗਈ। ਅਫਰਾ ਤਫਰੀ ਫੈਲੀ ਹੋਈ ਸੀ। ਪੁਲਿਸ ਮੁਲਾਜ਼ਮ ਮਨਜਿੰਦਰ ਸਿੰਘ ਅੱਗੇ ਹੋ ਕੇ ਗੁਰਚਰਨ ਵੱਲ ਵਧਦੇ ਨੇ, ਪਰ ਪੁਲਿਸ ਨੇ ਦੇਖਿਆ ਸਾਹ ਸੱਤ ਉੱਡ ਚੁੱਕੇ ਸੀ। ਮੱਥੇ 'ਤੇ ਗੋਲੀ ਕਾਫੀ ਸੀ ਸਾਹ ਸੱਤ ਉਡਾਉਣ ਨੂੰ। ਖਬਰਾਂ ਚੱਲੀਆਂ। ਤਰਨਜੀਤ ਨੇ ਸਲਾਹ ਦਿੱਤੀ ਕਿ ਇਹਨਾਂ ਨੂੰ ਦਾਨੇ ਮਿਲਖੇ ਹੀ ਲੈ ਚੱਲੋ। ਸ਼ਾਮ ਢਲਦੀ ਪਈ ਸੀ ਜਦੋਂ ਧਰਮੇ ਦੇ ਕੰਨਾਂ ਵਿੱਚ ਇਸ ਅਣਹੋਣੀ ਦੀ ਖਬਰ ਪਈ। ਸੁਰਜੀਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਧਰਮਾ ਇੱਕਦਮ ਫੋਨ ਘੁਮਾਉਂਦਾ ਫਰੀਦਕੋਟ ਜੇਲਰ ਕੁਲਵੀਰ ਸਿੰਘ ਨੂੰ ਫੋਨ ਕਰਦਾ ਹੈ। ਕੁਲਵੀਰ ਪੁੱਤਰ, ਮੈਂ ਹਰਚਰਨ ਬੋਲਦਾ ਪਿਆ। ਮੈਨੂੰ ਪਾਲੀ ਤੱਕ ਜਲਦ ਤੋਂ ਜਲਦ ਮਿਲਵਾਓ ਬੇਟੇ, ਉਹਦੀ ਜਾਨ ਨੂੰ ਖਤਰਾ ਹੈ। ਅੱਜ ਅਣਹੋਣੀ ਵਾਪਰ ਗਈ ਹੈ ਖਡੂਰ ਵਿੱਚ। ਹੈਂ? ਕੀ ਕਿਹਾ? ਨਹੀਂ ਪਤਾ ਪੁੱਤਰ, ਪਤਾ ਕਰਕੇ ਹਾੜੇ ਛੇਤੀ ਕਿਸੇ ਹੀਲੇ ਸੰਪਰਕ ਕਰ। ਪ੍ਰਸ਼ਾਸਨ ਨੇ ਵੀ ਮਜਬੂਰੀ 'ਚ ਧਾਰਾ 144 ਲਗਵਾਈ ਹੈ, ਵੇਖੀ ਕਿਤੇ। ਧਰਮਾ ਅੰਦਰਲਾ ਤੂਫਾਨ ਸਾਂਭਦਾ ਹੋਇਆ, ਡੋਲ ਦੇ ਮਨ ਨੂੰ ਸਾਂਭਦਾ ਹੋਇਆ ਖੜਾ ਸੀ। ਧਰਮਾ ਗੁਰਮੀਤ ਨੂੰ ਫੋਨ ਲਾਉਂਦਾ ਹੈ ਤੇ ਪੁੱਛਦਾ ਹੈ ਕਿ ਬਾਕੀਆਂ ਨੂੰ ਸੱਟ ਫੇਟ ਤਾਂ ਨਹੀਂ ਲੱਗੀ ਭੀੜ 'ਚ। ਪੁੱਤਰ ਸੱਚ ਦੱਸ, ਕਿਹਨੇ ਗੋਲੀ ਚਲਾਈ? ਕੋਈ ਸੂ ਪਤਾ ਦੱਸ ਇੱਕ ਵਾਰੀ। ਹੈਂ? ਪੱਕੀ ਗੱਲ ਹੈ? ਕਮਿਸ਼ਨਰ ਨੂੰ ਕਹਿ ਦੇ ਉਸ ਨੂੰ ਹਰ ਹਾਲ ਵਿੱਚ ਜਿਉਂਦਾ ਜਾਂ ਮੁਰਦਾ ਅਰੈਸਟ ਕਰੇ ਬਸ। ਸੁਰਜੀਤ ਸਿੰਘ। ਹਰਚਰਨ ਸੁਰਜੀਤ ਨੂੰ ਪੁੱਛਦਾ ਹੈ, ਹੁਣ ਇਹ ਕਿਹਦੀ ਗੱਲ ਹੋਈ ਹੈ? ਸੁਰਜੀਤ ਸਿੰਘ ਕਹਿੰਦਾ, ਡਾਕਟਰ ਨਿਰਮਲਜੀਤ ਸਿੰਘ ਨਾਮ ਯਾਦ ਹੀ ਹੋਣਾ। ਹਰਚਰਨ ਕਹਿੰਦਾ, ਚੰਗੀ ਤਰ੍ਹਾਂ ਯਾਦ ਹੈ, ਤੇ ਹੁਣ ਆਖਰੀ ਵਾਰ ਯਾਦ ਰੱਖਣ ਲੱਗਾ ਇਹ ਨਾਮ। ਲੱਗਦਾ ਚੇਤਿਆਂ 'ਚੋਂ ਭੁਲਾਉਣਾ ਹੀ ਪੈਣਾ ਇਸ ਤੋਂ ਪਹਿਲਾਂ ਕਿ ਪਾਲੀ ਵੱਲ ਵਧੇ। ਦ੍ਰਿਸ਼ ਦਿੱਲੀ ਦਾ ਆ ਗਿਆ। ਘਟਨਾਵਾਂ ਇਕੱਠੀਆਂ ਨੇ, ਉਸੇ ਵਕਤ ਨਹੀਂ ਜਿਸ ਵਕਤ ਦਿੱਲੀ ਇਹ ਦ੍ਰਿਸ਼ ਵਾਪਰਨ ਲੱਗਾ, ਉਦੋਂ ਅੰਮ੍ਰਿਤਸਰ ਘਟਨਾ ਵਾਪਰ ਚੁੱਕੀ ਸੀ। ਪਰਮਜੀਤ ਪੁੱਤਰ, ਤੂੰ ਸਾਡੀ ਗੱਲ ਸਮਝਦੀ ਕਿਉਂ ਨਹੀਂ ਹੈ? ਐਡਵੋਕੇਟ ਅਮਨਪ੍ਰੀਤ ਸਿੰਘ ਪੰਜਾਬ ਪ੍ਰਸਤ ਧਿਰ ਦਾ ਵਕੀਲ ਹੈ ਤੇ ਮਨਿੰਦਰ ਸਰੂਪ ਸਿੰਘ ਦੀ ਧੀ। ਤੂੰ ਕੌਣ ਹੈ ਭਲਾ? ਉਹਨਾਂ ਪੰਜਾਬ ਦੇ ਬਾਗੀਆਂ ਦੀ ਹਮੈਤਣ ਆਈ ਸਮਝ ਕੁਝ? ਸਰਦਾਰ ਰੇਸ਼ਮ ਸਿੰਘ ਸ਼ਮਸ਼ੇਰ ਸਿੰਘ ਦੀ ਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬੂਹੇ ਤੇ ਅਮਨਪ੍ਰੀਤ ਤੇ ਮਨਿੰਦਰ ਆਪਣੀ ਧੀ ਅੰਮ੍ਰਿਤ ਨਾਲ ਖੜੇ ਸਨ। ਬੈਠਕ ਵਿੱਚ ਸਾਰੇ ਬਹਿ ਗਏ। ਰੇਸ਼ਮ ਸਿੰਘ ਕਹਿਣ ਲੱਗੇ, ਹਾਂ ਬਈ ਅਮਨਪ੍ਰੀਤ ਸਿੰਘ, ਆਖਰ ਕਿਹੜੀ ਗੱਲੋਂ ਅਜਿਹਾ ਹੋਇਆ ਕਿ ਪਾਲੀ ਨੂੰ ਜ਼ਮਾਨਤ ਨਹੀਂ ਮਿਲੀ? ਚਰਨਜੀਤ ਸਿੰਘ ਦੇ ਵਕੀਲ ਹੁੰਦਿਆਂ ਅਮਨਪ੍ਰੀਤ ਕਹਿਣ ਲੱਗਾ, ਕਿੰਨੀ ਕਮਲੀ ਗੱਲ ਹੈ ਜਨਾਬ, ਕੇਸ ਕਿਸੇ ਹੋਰ ਦਾ, ਸਵਾਲ ਮੈਨੂੰ? ਰੇਸ਼ਮ ਸਿੰਘ, ਹਾਂਜੀ, ਕਿਉਂਕਿ ਕੇਸ ਤੁਸੀਂ ਲੜਨ ਦਾ ਫੈਸਲਾ ਕੀਤਾ ਹੋਇਆ ਸੀ। ਅਮਨਪ੍ਰੀਤ, ਤੁਹਾਨੂੰ ਉਹਦੇ ਨਾਲ ਮਤਲਬ? ਰੇਸ਼ਮ ਸਿੰਘ, ਬਿਲਕੁਲ ਮਤਲਬ ਹੈ ਪੁੱਤਰ ਜੀ, ਪਰਮਜੀਤ ਦੇ ਜ਼ਿੰਦਗੀ ਮੌਤ ਦਾ ਸਵਾਲ ਹੈ ਉਹ ਕੇਸ। ਅਮਨਪ੍ਰੀਤ, ਪਰ ਉਹਦੇ ਵਿੱਚ ਮੈਂ ਅੜਚਨ ਕਿਵੇਂ ਬਣਿਆ? ਰੇਸ਼ਮ ਸਿੰਘ ਕਹਿੰਦਾ, ਇਹਦਾ ਜਵਾਬ ਅੰਮ੍ਰਿਤ ਹੀ ਦੇਗੀ, ਕਿਉਂਕਿ ਤੇਰੀ ਇਸ ਧੀ ਦੇ ਨਾਮ ਤੇ ਉਸ ਦੀ ਕਿਤਾਬ ਦਾ ਨਾਮ ਰੱਖਿਆ ਗਿਆ। ਅਮਨਪ੍ਰੀਤ ਕਹਿੰਦਾ, ਆਹ ਨਵੀਂ ਗੱਲ ਹੀ ਕੱਢ ਦਿੱਤੀ ਤੁਸੀਂ। ਵੈਸੇ ਗੱਲ ਸਮਝੋ ਬਾਹਰੀ ਹੈ, ਮੇਰੀ ਧੀ ਦਾ ਕਿਸੇ ਨਾਲ ਕੀ ਸਰੋਕਾਰ? ਬਾਹਰ ਸਰਦਾਰ ਸਰੂਪ ਸਿੰਘ ਤੇ ਜਗਦੇਵ ਸਿੰਘ ਹਾਜ਼ਰ ਸਨ। ਮਨਿੰਦਰ ਉਹਨਾਂ ਨੂੰ ਆਉਂਦੇ ਵੇਖ ਗੁੱਸੇ 'ਚ ਪੁੱਛਦੀ ਹੈ, ਇਹਨਾਂ ਨੂੰ ਇੱਥੇ ਆਉਣ ਲਈ ਕਿਹਨੇ ਸੱਦਿਆ? ਤੁਸੀਂ ਸਾਰਿਆਂ ਨੇ? ਜਵਾਬ ਦਿਓ।
परमजीत घबरा के बोली, मैनू नहीं पता भैणे, ये सारा कुछ एकदम मड़िया जा रहा है। ना ही मैं किसी गल्लों परेशान हाँ, पता नहीं पापा नूं की जिद पई है केस करन दी। परमजीत दे कुछ समझ नहीं सी आ रही, ये कित्थों शुरू हुई खेड ते कित्थों आई है। रेशम सिंह आके बहिंदे ने ते ਸਰੂਪ ਸਿੰਘ जी भी कोल बहिंदे। ਮਨਿੰਦਰ ਅੰਮ੍ਰਿਤਵੀਰ ਨੂੰ ਕੋਲ ਬੁਲਾਉਣ ਲੱਗੇ ਤਾਂ ਮਨਿੰਦਰ ਨੇ ਅੰਮ੍ਰਿਤ ਨੂੰ ਕੋਲ ਰੋਕ ਲਿਆ। ਕੀ ਗਲਤੀ ਏ, ਹੁਣ ਪਿਓ ਨਾਲ ਇੰਨਾ ਵੈਰ ਪੈ ਗਿਆ ਤੇਰਾ, ਦੁਸ਼ਮਣਾਂ ਦੀ ਪਛਾਣ ਕਰਨੀ ਨਾ ਆਈ ਤੈਨੂੰ। ਪਰਮਜੀਤ ਕਹਿੰਦੀ, ਸਾਨੂੰ ਕੀ ਆਉਂਦਾ ਕੀ ਨਹੀਂ ਆਉਂਦਾ ਇਹ ਸਿਖਾਉਣ ਦੀ ਲੋੜ ਨਹੀਂ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਇੰਦਰਪਾਲ ਸਿੰਘ ਹੁਣ ਸਜ਼ਾ ਮੁਕਤ ਹੈ, ਇਸ ਲਈ ਆਪਣੀ ਧੌਂਸ ਚੌਧਰ ਪੜ੍ਹਿਆ ਵਿਚਾਰ ਕੇ ਦਿਖਾਇਓ। ਜਗਦੇਵ ਸਿੰਘ ਕਹਿਣ ਲੱਗੇ, ਬੇਟਾ ਇਹ ਤੇਰੀ ਸੁਪਰੀਮ ਕੋਰਟ ਨਹੀਂ ਹੈ ਜਿੱਥੇ ਜੋ ਚਿੱਤ ਆਇਆ ਕਰ ਲਵੇਂ। ਨਾਲੇ ਜਿਹੜਾ ਕੰਮ ਜਿੰਨਾ ਮਿਲਿਆ ਹੋਵੇ ਓਨਾ ਹੀ ਕਰੀਦਾ ਹੁੰਦਾ। ਇੰਦਰਪਾਲ ਸਿੰਘ ਨੂੰ ਇਸ ਵਕਤ ਤੁਹਾਡੀ ਫਿਕਰਾਂ ਨਹੀਂ, ਆਪਣੇ ਬਾਪੂ ਦੇ ਸਿਵੇ ਦੀਆਂ ਪਈਆਂ ਨੇ, ਜਿਹਨੂੰ ਅੱਜ ਸ਼ਾਮੀ ਧੁਰ ਗੱਡੀ ਰੇਲ ਗੱਡੀ ਚੜ੍ਹਾ ਦਿੱਤਾ ਗਿਆ ਹੈ। ਰਹੀ ਗੱਲ ਤੇਰੇ ਖੇਲ ਦੀ, ਅੱਜ ਅਸੀਂ ਖੇਡਾਂ ਖੇਡਣ ਨਹੀਂ ਆਏ, ਸਿੱਧੀ ਗੱਲ ਕਰਨ ਹੀ ਆਏ ਹਾਂ। ਪਹਿਲੋਂ ਵੀ ਮਨਿੰਦਰ ਨੂੰ ਕਹਿੰਦੇ ਆਏ ਹਾਂ ਪਰ ਮੰਨੀ ਨਹੀਂ, ਪਰ ਇਹ ਕਦਮ ਹੁਣ ਬਹੁਤ ਜ਼ਰੂਰੀ ਹੈ। ਸਰੂਪ ਸਿੰਘ ਕਹਿਣ ਲੱਗਾ, ਪੁੱਤਰ ਤੂੰ ਬੀਤੇ ਦੀ ਛੱਡ, ਅੱਜ ਸ਼ਾਮੀ ਦੀ ਘਟਨਾ ਵੀ ਮੇਰੇ ਕਹੇ ਦੀ ਹੈ। ਅਮਨਪ੍ਰੀਤ ਕਹਿੰਦਾ, ਕਿਉਂ ਬਾਬਿਓ, ਹਜੇ ਤਾਂ ਮੈਂ ਤੁਹਾਡੀ ਖੇਡ 'ਚ ਮਧਾਣੀ ਵੀ ਪਾਈ ਨਹੀਂ, ਪਹਿਲੋਂ ਹੀ ਤੜਫ ਉੱਠੇ। ਕੋਰਟ ਕੇਸ ਫਾਈਲ ਹੋਣਾ ਹੈ, ਝੂਠੇ ਕੇਸਾਂ ਤੇ ਫਰਜ਼ੀ ਪੁਲਿਸ ਮੁਕਾਬਲਿਆਂ 'ਚ ਐਡਵੋਕੇਟ ਅਮਨਦੀਪ ਸਿੰਘ ਤੇ ਉਹਦੇ ਪਿਆਰਿਆਂ ਨੂੰ ਕਤਲ ਕਰਾਉਣ ਪਿੱਛੇ ਸਰੂਪ ਸਿੰਘ ਦੀ ਸਿੱਧੀ ਭੂਮਿਕਾ ਸੀ। ਬੋਲੋ, ਕੇਸ ਸਹਿਣ ਲਈ ਤਿਆਰ ਹੋ? ਸਰੂਪ ਸਿੰਘ ਕਹਿੰਦਾ, ਕਸੂਰਵਾਰ ਰਾਣੀ ਗੁਰਨਾਸ ਤੇ ਨਿੰਮਾ ਵੈਦ ਹੀ ਗਿਣੇ ਜਾਣਗੇ। ਹੋਰ ਕੁਝ ਦਿਨਾਂ ਨੂੰ ਧਰਮੇ ਤੇ ਪਾਲੀ ਦੀ ਖਬਰ ਵੀ ਲੱਗੀ ਮਿਲੂ, ਤੈਨੂੰ ਰੋਕ ਸਕਦਾ? ਕਾਨੂੰਨ ਸਾਡੀ ਜੁੱਤੀ ਹੇਠ ਮਿਧਿਆ ਜਾਂਦਾ ਹਰ ਰੋਜ਼, ਸੁਣਵਾਈਆਂ ਕੱਚੀਆਂ ਦੇ ਲੇਖੇ ਭਰੇ ਪਏ। ਹਾਲੇ ਤਾਂ ਤੇਰੇ ਲਿਖਾਰੀਆਂ ਦੇ ਫੱਟੇ ਵੀ ਪੋਚਣੇ ਨੇ, ਜ਼ਰਾ ਕਨੇਡਿਓਂ ਤਾਣੀ ਹੱਥ ਵਸ ਆਉਣ ਦੇ ਉਹਦੇ ਟੱਬਰ ਦੀ, ਕਿਹਨੂੰ ਰੋਕੇਂਗਾ ਤੂੰ? ਅਮਨਪ੍ਰੀਤ ਕਹਿਣ ਲੱਗਾ, ਨਾ ਬਜ਼ੁਰਗੋ, ਸਾਡੀ ਕੀ ਮਜਾਲ ਜੋ ਅਸੀਂ ਤੁਹਾਨੂੰ ਰੋਕ ਲਈਏ। ਪਰਮਜੀਤ, ਬੂਹਾ ਖੋਲ ਬਾਹਰ ਜਰਾ, ਇਹਨਾਂ ਦੇ ਲਈ ਖਾਸ ਮਦਦਗਾਰ ਹਾਜ਼ਰ ਨੇ। ਬੂਹਾ ਖੋਲ੍ਹਦਾ ਹੈ, ਸਿਆਹ ਰੰਗਾ ਲਿਬਾਸ ਪਾਈ ਖੜਾ ਇੰਦਰਪਾਲ ਸਿੰਘ ਦਿੱਲੀ ਪੁਲਿਸ ਨਾਲ ਉਹਦੇ ਬੂਹੇ ਨੂੰ ਨਿਹਾਰ ਰਿਹਾ ਸੀ। ਪੁਲਿਸ ਝੱਟ ਅੰਦਰ ਜਾਂਦੀ ਹੈ, ਸਰੂਪ ਸਿੰਘ, ਰੇਸ਼ਮ ਸਿੰਘ ਤੇ ਜਗਦੇਵ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ। ਇੱਕ ਪੈਰ ਗਿੱਟੇ ਵੱਲੋਂ ਫਰੇਮ ਵਾਲੀ ਪੱਟੀ ਦੇ ਪੈਡ ਨਾਲ ਵੱਜਿਆ ਪਿਆ ਸੀ। ਹੱਥ ਵਿੱਚ ਸਹਾਰੇ ਨੂੰ 5.5 ਫੁੱਟੀ ਲੱਕੜ ਦੀ ਖੁੰਡੀ ਫੜੀ ਹੋਈ ਹੌਲੀ ਹੌਲੀ ਪੈਰ ਧਰਦਾ ਹੋਇਆ ਅੰਦਰ ਆਇਆ। ਸਰੂਪ ਸਿੰਘ ਜੀ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, ਜਿੱਤ ਮੁਬਾਰਕ ਹੋਵੇ ਤਾਇਆ ਜੀ, ਇੰਨਿਆਂ ਸਾਲਾਂ ਦੀ ਕੋਸ਼ਿਸ਼ਾਂ ਤੋਂ ਬਾਅਦ ਅੱਜ ਜਾ ਕੇ ਜਿੱਤ ਮਿਲੀ ਤੁਹਾਨੂੰ, ਵੱਡਾ ਥੰਮ ਸੁੱਟਣ ਵਿੱਚ। ਸ਼ਮਸ਼ੇਰ ਸਿੰਘ ਜੀ ਨੂੰ ਤੁਹਾਡਾ ਤਮਾਸ਼ਾ ਜੇ ਨਾ ਦਿਖਾਉਣਾ ਹੁੰਦਾ ਤਾਂ ਸ਼ਾਇਦ ਅੱਜ ਮੇਰੀ ਸਹੁੰ ਟੁੱਟ ਜਾਣੀ ਸੀ, ਪਰ ਸ਼ੁਕਰ ਮਨਾਓ ਇਸ ਬੱਚੀ ਦਾ ਜਿਹਦੇ ਕਰਕੇ ਤੁਹਾਡਾ ਵਜੂਦ ਫਿਲਹਾਲ ਲਈ ਬਚ ਗਿਆ। ਤੁਹਾਨੂੰ ਕੀ ਲੱਗਦਾ ਹੈ ਸਤਿੰਦਰ, ਇੰਦਾ, ਪ੍ਰੀਤੀ, ਨਿਰੰਜਨ ਤੇ ਮੇਰੇ ਵਾਂਗ ਹੁਣ ਅਗਲੀ ਪੀੜ੍ਹੀ ਨੂੰ ਵੀ ਸੌਖੇ ਲੰਘਾ ਜਾਓਗੇ? ਕਾਨੂੰਨ ਤਾਂ ਤੁਹਾਡੇ ਹੱਥਾਂ ਦੀ ਕਠਪੁਤਲੀ ਹੈਗਾ ਹੀ ਹੈ, ਸਾਨੂੰ ਪਤਾ ਹੈ, ਪਰ ਅਸੀਂ ਤੁਹਾਡੇ ਗੋਲੇ ਨਹੀਂ, ਇੰਨਾ ਹੁਣ ਵੀ ਨਹੀਂ ਪਤਾ ਲੱਗਾ ਤੁਹਾਨੂੰ? ਸਵੇਰੇ ਅਖਬਾਰਾਂ ਵਿੱਚ ਖਬਰਾਂ ਦੇ ਸਿਰਲੇਖ ਸਨ। ਪੰਚਾਇਤੀ ਰਾਜ ਐਕਟ ਦੇ ਖਾਤਮੇ ਦਾ ਸੂਤਰਧਾਰ ਸਰਦਾਰ ਗੁਰਚਰਨ ਸਿੰਘ ਗਰਮਦਲੀਆਂ ਵੱਲੋਂ ਸਭਾ ਵਿੱਚ ਗੋਲੀ ਮਾਰ ਕੇ ਹਲਾਕ। ਪੰਜਾਬ ਵਿੱਚ ਹਾਲਾਤ ਸੰਗੀਨ। ਟੋਰਾਂਟੋ ਵਿੱਚ ਪ੍ਰਦੀਪ ਤੇ ਚਰਨਪ੍ਰੀਤ ਇਹ ਖਬਰਾਂ ਪੜ੍ਹ ਕੇ ਪਰੇਸ਼ਾਨ ਹੋ ਗਏ। ਪ੍ਰਦੀਪ, ਇਹ ਹੱਦ ਤੋਂ ਵੱਧ ਟੱਪੇ ਪਏ। ਭਲਾ ਹੁਣ ਸਮਾਜਿਕ ਪੇਸ਼ੀ ਤੋਂ ਵੱਧ ਕੀ ਸਫਾਈ ਪੇਸ਼ ਕਰ ਸਕਦੇ ਹਾਂ? ਉੱਤੋਂ ਗਰਮਦਲ ਵਾਲੇ ਸੱਚਮੁੱਚ ਇਸ਼ਾਰਿਆਂ ਦੇ ਪੁਜਾਰੀ ਨੇ, ਵਿਚਾਰ ਖੁਦ ਵੀ ਨਹੀਂ ਕਰਦੇ। ਪ੍ਰਦੀਪ ਕਹਿੰਦੀ, ਚੁੱਪ-ਚਾਪ ਵੇਖੀ ਜਾਓ ਤੇ ਸਮੇਟੀ ਜਾਓ। ਮੇਰੀ ਇੱਕ ਗੱਲ ਹੋਰ ਮੰਨੋ, ਅਸੀਂ ਅਗਲੇ ਹਫ਼ਤੇ ਪੰਜਾਬ ਨਹੀਂ ਜਾ ਰਹੇ, ਭਾਵੇਂ ਕੁਝ ਵੀ ਹੋਵੇ ਬਸ। ਚਰਨਪ੍ਰੀਤ, ਪਰ ਇੱਧਰ ਧਿਆਨ ਕੌਣ ਦੇਗਾ? ਬਲਦੀ ਦੇ ਮੂੰਹ ਵਿੱਚ ਸਾਰੇ ਜਾ ਰਹੇ ਨੇ, ਹੁਣ ਉੱਥੇ ਬੋਲੀਏ ਵੀ ਨਾ। ਪ੍ਰਦੀਪ ਕਹਿੰਦੀ, ਐਦੋਂ ਵੱਧ ਕੀ ਬੋਲਣਾ, ਜ਼ਰਾ ਸਮਝਾਓਗੇ?
PhD ਥੀਸਿਸ ਵਿੱਚੇ ਛੱਡ ਕੇ ਮੁੜਨਾ ਪੈ ਗਿਆ। ਪ੍ਰੋਫੈਸਰ ਦੀ ਨੌਕਰੀ ਛੱਡਣੀ ਪੈ ਗਈ। ਕੋਈ ਉੱਠਿਆ ਅਧਿਆਪਕ ਵਰਗ? ਚਸ਼ਮਿਆਂ ਦੀ ਪੰਡ ਕੱਲੀ ਮੀਡੀਆ ਦੀ ਆਪਣੀ ਹੈ ਕਿਧਰੇ? ਨਾਲੇ ਲਿਖਾਰੀ ਸਾਹਿਬ, ਤੁਸੀਂ ਇਹ ਕਿਉਂ ਭੁੱਲ ਰਹੇ ਹੋ, ਜਿਹੜੇ ਸ਼ਖਸ ਦੀ ਮੌਤ ਇੰਨੀ ਹੁੱਬ ਕੇ ਦੱਸ ਰਹੇ ਨੇ ਉਹ ਵੀ ਸਾਰੇ ਪ੍ਰੋਫੈਸਰ ਹੀ ਸੀ। ਜਿਉਂਦੇ ਜੀ ਹਾਂ ਦਾ ਨਾਰਾ ਮਾਰ ਲਿਆ, ਮਰਿਆਂ ਦੇ ਅਥਰੂ ਉਹਨਾਂ ਕਾਤਲਾਂ ਅੱਗੇ ਨਹੀਂ ਵਹਾਈਦੇ। ਆਹ ਗੱਲ ਮੁੜ ਚੇਤੇ ਕਰਵਾਉਣੀ ਪੈਣੀ ਤੁਹਾਨੂੰ ਲੱਗਦਾ? ਚਰਨਪ੍ਰੀਤ ਸਿੰਘ, ਪਰ ਤਰਨਜੀਤ ਭਾਜੀ ਹੋਰਾਂ ਨੂੰ ਕਿਹੜੇ ਮੂੰਹ ਨਾਲ ਗੱਲ ਕਰਾਂਗਾ? ਇਹ ਬਦਤਮੀਜ਼ੀ ਮੈਥੋਂ ਨਹੀਂ ਹੁੰਦੀ। ਮੈਂ ਕੱਲ੍ਹ ਸ਼ਾਮੀ ਹੀ ਪੰਜਾਬ ਚੱਲਾਂ। ਇੰਦਰਪਾਲ ਸਿੰਘ ਨੂੰ ਮਿਲਣ ਦੀ ਮੇਰੀ ਦਿਲੀ ਖੁਆਇਸ਼ ਹੈ। ਪ੍ਰਦੀਪ ਕਹਿਣ ਲੱਗੀ, ਫਿਰ ਬਰੈਂਪਟਨ ਬੈਠੇ ਪਾਲੀ ਦੇ ਕਾਤਲ ਨੂੰ ਕਦੋਂ ਟੱਕਰਨਾ ਤੁਸੀਂ? ਇਹ ਗੱਲ ਨਾ ਭੁੱਲੋ, ਇਹ ਵੀ ਰੇਸ਼ਮ ਸਿੰਘ ਦੇ ਪੁੱਤਰ ਦੀ ਖੇਡ ਸੀ। ਇੱਕ ਪ੍ਰਿੰਸੀਪਲ ਰੇਸ਼ਮ ਸਿੰਘ, ਦੂਜਾ ਪ੍ਰਿੰਸੀਪਲ ਅਨਮੋਲਕ ਸਿੰਘ। ਦੋਵਾਂ ਦੇ ਕਾਰਜ ਇਸ ਵਕਤ ਖਬਰਾਂ ਦੀ ਸੁਰਖੀਆਂ ਨੇ। ਹੁਣ ਬਸ ਮੀਡੀਆ ਉੱਤੇ ਨਿਗਾਹ ਰੱਖਣੀ ਹੈ। ਅੰਦਰ ਦਾ ਕੁਝ ਨਹੀਂ ਪੁੱਛਣਾ ਕਿਸੇ ਤੋਂ ਵੀ, ਆਪੇ ਸਭ ਬਾਹਰ ਆਊ। ਔਖਾ ਹੈ ਪ੍ਰਦੀਪ, ਐਦਾਂ ਕੀ ਕੁਝ ਹੋਈ ਜਾਣਾ। ਕੀ ਪਤਾ ਕੁਝ ਕੁ ਬਚਾਅ ਹੋ ਹੀ ਜਾਵੇ। ਹੋਰ ਨਹੀਂ ਤੇ ਅਮਨਪ੍ਰੀਤ ਵੱਲ ਨਿਗਾਹ ਮਾਰ ਲੈ। ਪ੍ਰਦੀਪ ਕਹਿਣ ਲੱਗੀ, ਆਪਣੀ ਲੜਾਈ ਸਭ ਨੂੰ ਆਪ ਲੜਨ ਦਿਓ। ਜਿਹੜਾ ਤਾਕਤਵਰ ਹੋਇਆ ਬਚ ਜਾਏਗਾ, ਨਹੀਂ ਤੇ ਮਰਦੇ ਖਪਦੇ ਸਭ ਖੇਰੂ ਖੇਰੂ ਹੀ ਹੋਣਗੇ। ਨਾਲੇ ਜਿਹੜੇ ਫਿਲਹਾਲ ਸਰਕਾਰਾਂ ਦੇ ਵੱਡੇ ਹੋਏ ਕੁੱਤੇ ਆਪਣਿਆਂ ਨੂੰ ਹੀ ਨੋਚਣ ਵਧੇ ਹੋਏ, ਭਲਾ ਉਹ ਕੁਝ ਸੁਣਨ ਸਮਝਣ ਦੀ ਤਾਕਤ ਰੱਖਦੇ ਨੇ? ਉਹਨਾਂ ਨੂੰ ਵੈਣ ਪਾਉਂਦੇ ਆਏ ਨੇ। ਉਹ ਕੀਰਨਿਆਂ ਦੇ ਪੂਜਕ ਨੇ। ਉਹ ਹੱਸਦੇ ਤਾਂ ਨੇ, ਬਸ ਜਸ਼ਨ ਮਨਾਉਂਦੇ ਨੇ। ਦੁੱਖ ਦੇ ਜਸ਼ਨ, ਕਿਸੇ ਦੀ ਖੁਸ਼ੀ ਲੱਭਣੀ ਇੱਕ ਸਿੱਧੀ ਸਾਦੀ ਮੂਰਖਤਾ ਤੋਂ ਵੱਧ ਕੱਖ ਵੀ ਨਹੀਂ। ਨਾਲੇ ਉਹਨਾਂ ਕੋਲ ਵੱਧ ਤੋਂ ਵਧੇਕ ਬਿਹਤਰ ਰਸਤਾ ਰੋਸ ਮੁਜ਼ਾਹਰੇ ਹੀ ਨੇ। ਉਹਨਾਂ ਤੋਂ ਇਨਸਾਫ ਕਦ ਮਿਲਣਾ? ਪੱਖਪਾਤ ਨੂੰ ਇਨਸਾਫ ਦਾ ਜਾਮਾ ਪਵਾ ਕੇ ਪੇਸ਼ ਕਰਨ ਨਾਲ ਕੋਈ ਮੁਲਕ ਇਨਸਾਫ ਪਸੰਦ ਕਦੋਂ ਹੋਇਆ? ਹਾਲਾਂਕਿ ਇਹ ਗੱਲ ਹਜੇ ਤੈਅ ਕਰਨੀ ਬਾਕੀ ਹੈ ਕਿ ਪੱਖਪਾਤ ਵੀ ਆਪਣੀ ਗਰਜ਼ ਦੇ ਮਾਰੇ ਕਰਦੇ ਨੇ ਜਾਂ ਉਹਨਾਂ ਵਿੱਚ ਕੋਈ ਨੇਕ ਦਿਲੀ ਬਚਦੀ ਹੈ। ਨਤੀਜਿਆਂ ਦੀ ਮੱਤ ਦਿੰਦੇ ਦਿੰਦੇ ਹੁਣ ਭਾਵਨਾਤਮਕ ਫੈਸਲਾ ਨਹੀਂ ਲੈਣ ਦੇਣਾ ਮੈਂ। ਜੋ ਹੋਊ ਵੇਖੀ ਜਾਏਗੀ। ਚਰਨਪ੍ਰੀਤ ਸਿੰਘ ਗੱਲ ਦਾ ਮਰਮ ਸਮਝ ਗਿਆ ਤੇ ਘਬਰਾਇਆ ਹੋਇਆ ਮਾਨਸਿਕ ਤਣਾਅ ਵੀ ਹੁਣ ਘਟ ਰਿਹਾ ਸੀ। ਮਾਨਸਿਕ ਤਣਾਅ ਇੱਕ ਤਾਂ ਘਟਿਆ, ਦੂਜੀ ਘਟਨਾ ਉਹ ਮਾਨਸਿਕ ਤਣਾਵਾਂ ਤੋਂ ਉੱਤੇ ਦੀ ਹੈ। ਸਾਰੇ ਜਾਣੇ ਉਸ ਇਕੱਠ ਵਿੱਚ ਬੋਲ ਚੁੱਕੇ ਸਨ। ਹਰਚਰਨ ਤੇ ਗੁਰਚਰਨ ਦਾ ਬੋਲਣਾ ਬਾਕੀ ਸੀ। ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਇਜਲਾਸ ਉੱਠ ਗਏ ਸੀ ਤੇ ਹੁਣ ਗੁਰਚਰਨ ਦੇ ਬੋਲਣ ਤੋਂ ਪਹਿਲਾਂ ਹੀ ਮੌਤ। ਇਸ ਤੋਂ ਅਗਲਾ ਦ੍ਰਿਸ਼ ਕੀ ਰੂਪ ਲੈ ਕੇ ਆਏਗਾ, ਕੀ ਸਾਹਮਣੇ ਆਉਣਾ ਹੈ ਹੁਣ ਹੋਰ, ਇਹ ਜਾਣਨ ਲਈ ਅਗਲੇ ਐਪੀਸੋਡ ਤੱਕ ਇੰਤਜ਼ਾਰ ਕਰੋ ਤੇ ਸੁਣਦੇ ਰਹੋ ਸਫ਼ਰਨਾਮਾ।